ਅਸੀਂ ਅਗਨੀਕੁੰਡ ਨਾਟਕ ਕਰ ਰਹੇ ਸੀ ਜੋ ਕਿ ਡਾਕਟਰ ਸਵਰਾਜ ਵੀਰ ਜੀ ਦਾ ਲਿਖਿਆ ਹੋਇਆ ਨਾਟਕ ਆ। ਅਗਨੀਕੁੰਡ ਨਾਟਕ ਦੇ 6 ਅੰਕ ਆ, 5 ਅੰਕ ਅਸੀਂ ਕਰ ਚੁੱਕੇ ਆ। ਅੱਜ ਅਸੀਂ ਕਰਾਂਗੇ 6ਵਾਂ ਅੰਕ, ਐਕਟ 6ਵਾਂ। ਠੀਕ ਹੈ, ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਉਹ ਦੇਖ ਲੈਣ, ਫਿਰ ਹੀ ਤੁਹਾਨੂੰ ਨਾਟਕ ਦੀ ਅੱਗੋਂ ਸਮਝ ਆਵੇਗੀ। ਠੀਕ ਹੈ, ਅਗਨੀਕੁੰਡ ਨਾਟਕ ਦੇ ਕਿੰਨੇ ਐਕਟ ਆ? 6 ਐਕਟ ਆ, 5 ਅਸੀਂ ਕਰ ਚੁੱਕੇ ਆ। ਇਹਨਾਂ ਦੀਆਂ ਵੱਖ-ਵੱਖ ਵੀਡੀਓ ਤੁਹਾਨੂੰ ਮਿਲ ਜਾਣਗੀਆਂ। 6ਵਾਂ ਅੰਕ ਅੱਜ ਕਰਾਂਗੇ। 6ਵੇਂ ਅੰਕ ਵਿੱਚ ਕਿੰਨੇ ਦ੍ਰਿਸ਼ ਵਾ? 7 ਦ੍ਰਿਸ਼ ਵਾ। ਠੀਕ ਹੈ, 6ਵੇਂ ਅੰਕ ਵਿੱਚ 7 ਦ੍ਰਿਸ਼ ਆ। ਐਪੀਸੋਡ 5 ਵਿੱਚ ਅਸੀਂ ਦੇਖਿਆ ਸੀ ਕਿ ਜਨਮੇਜੇ ਜੱਗ ਕਰਨਾ ਚਾਹੁੰਦਾ ਵਾ ਪਰ ਨਿਮਲ ਉਹਨੂੰ ਰੋਕਦੀ ਹੈ। ਜਨਮੇਜੇ ਨਹੀਂ ਮੰਨਦਾ। ਠੀਕ ਹੈ, ਅੰਕ 6ਵਾਂ ਦ੍ਰਿਸ਼ ਪਹਿਲਾ। ਯੁੱਧ ਦੇ ਨਗਾਰੇ ਵੱਜ ਰਹੇ ਨੇ। ਉੱਥੇ ਕਈ ਤਰ੍ਹਾਂ ਦੇ ਲੋਕ ਹਨ, ਸੈਨਿਕ, ਸੂਰਮੇ, ਨਾਇਕ, ਆਮ ਲੋਕ, ਹਰ ਉਮਰ ਦੀਆਂ ਤੀਵੀਆਂ ਹਨ। ਯੁੱਧ ਦੀ ਤਿਆਰੀ ਹੋ ਰਹੀ ਹੈ। ਕਈ ਯੋਧੇ ਹਥਿਆਰ ਤਿਆਰ ਕਰ ਰਹੇ ਨੇ ਤੇ ਕਈ ਪੂਰੀ ਤਰ੍ਹਾਂ ਤਿਆਰ ਖੜੇ ਨੇ। ਕੋਈ ਭੈਣ ਆਰਤੀ ਉਤਾਰ ਰਹੀ ਏ ਤੇ ਕੋਈ ਰੋ ਰਹੀ ਹੈ। ਇੰਨੇ ਵਿੱਚ ਪੰਛੀ ਮਨੁੱਖ ਦਾ ਆਗਮਨ ਹੁੰਦਾ ਹੈ। ਠੀਕ ਹੈ, ਪੰਛੀ ਮਨੁੱਖ ਆਉਂਦਾ ਵਾ। ਪਹਿਲੇ ਦ੍ਰਿਸ਼ 'ਚ ਕੀ ਆ? ਪੰਛੀ ਮਨੁੱਖ ਦੀ ਵਾਰਤਾਲਾਪ ਆ। ਕਿੰਨਾਂ ਨਾਲ ਆ? ਮਾਵਾਂ ਭੈਣਾਂ ਦੇ ਨਾਲ। ਮਾਵਾਂ ਭੈਣਾਂ ਕੌਣ ਹੈ? ਸੈਨਿਕਾਂ ਦੀਆਂ ਮਾਵਾਂ ਤੇ ਭੈਣਾਂ ਵਾ। ਠੀਕ ਹੈ, ਪੰਛੀ ਮਨੁੱਖ ਦੀ ਮਾਵਾਂ ਭੈਣਾਂ ਨਾਲ ਵਾਰਤਾਲਾਪ ਆ, ਜਿਹਦੇ ਵਿੱਚ ਯੋਧੇ ਵੀ ਵਾਰਤਾਲਾਪ ਕਰਦੇ ਨੇ। ਕੌਣ ਹੈ? ਪੰਛੀ ਮਨੁੱਖ, ਮਾਵਾਂ ਭੈਣਾਂ ਤੇ ਯੋਧਿਆਂ ਦੀ ਵਾਰਤਾਲਾਪ ਆ। ਪੰਛੀ ਮਨੁੱਖ ਕੀ ਕਹਿੰਦਾ ਵਾ? ਵੇਖੋ ਮੁੜ ਮੈਂ ਆ ਗਿਆ, ਇਹ ਪੱਕੀ ਮੇਰੀ ਥਾਂ, ਮੈਂ ਧੁੱਪ ਲੋਚਦਾ ਵੈਰ ਦੀ, ਮਿੱਝ ਚਰਬੀ ਦੀ ਛਾਂ, ਇਹ ਸ਼ਾਨ ਮੇਰੀ ਅਨੋਖੜੀ ਤੇ ਉੱਚਾ ਮੇਰਾ ਨਾਂ। ਠੀਕ ਹੈ, ਇਹ ਕੌਣ ਆ? ਪੰਛੀ ਮਨੁੱਖ ਕਹਿੰਦਾ ਵਾ ਇਹ ਹੋਣੀ ਦਾ ਪ੍ਰਤੀਕ ਆ। ਮੈਂ ਵੈਰ ਲੋਚਦਾ ਹਾਂ, ਇਹ ਮੇਰੀ ਉੱਚੀ ਸ਼ਾਨ ਤੇ ਮੇਰਾ ਉੱਚਾ ਨਾਂ ਵਾ। ਮਾਵਾਂ ਭੈਣਾਂ ਕੀ ਕਹਿੰਦੀਆਂ ਇਕੱਠੀਆਂ ਹੋ ਕੇ? ਇੱਥੇ ਬਹਿਣਾ ਰੱਤ ਰੰਗਿਆ, ਤੇਰੀ ਸਾਨੂੰ ਨਾ ਲੋੜ, ਤੈਨੂੰ ਵੇਖ ਪੈਵੰਦੇ ਵੈਣ ਨੇ, ਜੀਆਂ ਦੀ ਹੋਵੇ ਥੋੜ, ਤੇਰੀ ਤੱਕਣੀ ਸਿੱਧੀ ਮੌਤ ਹੈ, ਕੋਈ ਸਕੇ ਨਾ ਮੋੜ। ਯੋਧੇ ਕੀ ਕਹਿੰਦੇ ਨੇ? ਦੂਸਰਾ ਯੋਧਾ ਕੀ ਕਹਿੰਦਾ ਵਾ? ਅੰਬਰ ਲਾਲੀ ਮੰਗਦਾ, ਧਰਤੀ ਮੰਗੇ ਰੱਤ, ਰਨ ਭੂਮੀ ਲੋਹਾ ਮੰਗਦੀ, ਸੂਰਮਗਤੀ ਦਾ ਤੱਤ, ਟਹਿੰਦੀ ਬਾਂਦੀ ਇਸ ਥਾਂ, ਸੂਰਮਿਆਂ ਦੀ ਪੱਤ, ਤਾਣੀ ਹੈ ਇਹ ਕਾਲ, ਹੋਣੀ ਰਹੀ ਏ ਘੱਤ। ਇਹਦੇ ਵਿੱਚ ਕੀ ਹੈ? ਯੁੱਧ ਬਾਰੇ ਦੱਸਿਆ ਗਿਆ ਵਾ, ਕਿਵੇਂ ਕੀ ਹੋ ਰਿਹਾ ਵਾ। ਯੁੱਧ ਦੇ ਨਗਾਰੇ ਵੱਜਣ ਡੇ ਨੇ, ਮਾਵਾਂ ਤੇ ਭੈਣਾਂ ਆਰਤੀ ਉਤਾਰ ਰਹੀਆਂ ਹਨ ਤੇ ਕੋਈ ਰੋ ਰਹੀਆਂ ਹਨ। ਠੀਕ ਹੈ, ਦੂਸਰੇ ਦ੍ਰਿਸ਼ ਵਿੱਚ ਕੀਰਤੀਮਾਨ ਤੇ ਜਨਮੇਜੇ ਦੀ ਵਾਰਤਾਲਾਪ ਆ। ਹਾਂਜੀ, ਕੀਰਤੀਮਾਨ ਕੌਣ ਆ? ਜਨਮੇਜੇ ਦਾ ਮਿੱਤਰ ਆ। ਠੀਕ ਹੈ, ਬਚਪਨ ਦਾ ਮਿੱਤਰ ਆ, ਜਵਾਨੀ ਦਾ ਵੀ ਮਿੱਤਰ ਆ। ਠੀਕ ਹੈ, ਜਨਮੇਜੇ ਦੇ ਨਾਲ ਰਿਹਾ ਵਾ। ਇਸ ਦ੍ਰਿਸ਼ ਵਿੱਚ ਕੀਰਤੀਮਾਨ ਜਨਮੇਜੇ ਨੂੰ ਸਮਝਾਉਂਦਾ ਵਾ ਕਿ ਤੂੰ ਯੁੱਧ ਨਾ ਲੜ, ਇਹ ਠੀਕ ਨਹੀਂ ਆ। ਠੀਕ ਹੈ, ਇਹ ਨਰਸੰਹਾਰ ਆ। ਪਰ ਜਨਮੇਜੇ ਨਹੀਂ ਮੰਨਦਾ। ਜਨਮੇਜੇ ਆਪਣੇ ਪਿਆਰੇ ਮਿੱਤਰ ਕੀਰਤੀਮਾਨ ਨੂੰ ਦੇਸ਼ਧਰੋਹੀ ਮੰਨਦਾ ਵਾ, ਜਿਹਦੇ ਕਰਕੇ ਜਨਮੇਜੇ ਕੀਰਤੀਮਾਨ ਨੂੰ ਮਾਰ ਦਿੰਦਾ ਵਾ ਕਟਾਰ ਦੇ ਨਾਲ, ਤਲਵਾਰ ਦੇ ਨਾਲ ਜਨਮੇਜੇ ਕੀਰਤੀਮਾਨ ਨੂੰ ਮਾਰ ਦਿੰਦਾ ਵਾ। ਠੀਕ ਹੈ, ਉਹ ਇੰਨਾ ਨਹੀਂ ਦੇਖਦਾ ਕਿ ਇਹ ਮੇਰਾ ਦੋਸਤ ਆ। ਦੂਸਰੇ ਦ੍ਰਿਸ਼ ਵਿੱਚ ਕੀਰਤੀਮਾਨ ਦਾ ਕਤਲ ਹੋ ਜਾਂਦਾ ਵਾ। ਕੀਰਤੀਮਾਨ ਕੀ ਕਹਿੰਦਾ ਵਾ? ਮੈਂ ਸੱਚ ਜਾਣਨਾ ਚਾਹੁੰਦਾ ਮਹਾਰਾਜ, ਮੈਂ ਜਾਣਨਾ ਚਾਹੁੰਦਾ ਕਿ ਸਮਰਾਟ ਸੱਚਮੁੱਚ ਨਾਗ ਲੋਕਾਂ ਨਾਲ ਇੰਨੀ ਘਿਰਣਾ ਕਰਦੇ ਨੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦੇ ਨੇ। ਇਹ ਪੁੱਛਣ ਦਿਆ ਵਾ ਕੀਰਤੀਮਾਨ। ਮੇਜੇ ਕੀ ਕਹਿੰਦਾ ਵਾ? ਘ੍ਰਿਣਾ, ਮੋਹ, ਵੈਰ, ਪ੍ਰੇਮ, ਇਹ ਬਹੁਤ ਵੱਡੇ ਸ਼ਬਦ ਨੇ ਵੀਰ ਕੀਰਤੀਮਾਨ, ਪਰ ਇਹ ਹੈਨ ਕੀ ਕੋਈ ਨਹੀਂ ਜਾਣਦਾ, ਮੈਂ ਵੀ ਨਹੀਂ। ਕੋਈ ਮਨੁੱਖ ਇਹਨਾਂ ਦੇ ਹਾਣ ਦਾ ਹੋ ਜਾਏ, ਇਹ ਤਾਂ ਹੋਰ ਵੀ ਮੁਸ਼ਕਲ ਏ। ਹਾਂ, ਮੈਂ ਕੋਸ਼ਿਸ਼ ਜ਼ਰੂਰ ਕਰ ਰਿਹਾ ਤੇ ਇੱਥੋਂ ਤੀਕ ਨਾਗ ਲੋਕਾਂ ਨਾਲ ਘਿਰਣਾ ਦਾ ਪ੍ਰਸ਼ਨ ਏ, ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਕਦੇ ਤੇ ਮੈਂ ਸੱਚਮੁੱਚ ਇਹੋ ਚਾਹੁੰਦਾ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਵੇ, ਪਰ ਕਦੇ-ਕਦੇ ਮੈਂ ਇਹ ਵੀ ਸੋਚਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੀ ਲੋੜ ਏ, ਕਿਉਂ ਨਾ ਉਹਨਾਂ ਨੂੰ ਵੀ ਆਰੀਆ ਹੀ ਬਣਾ ਲਈਏ, ਉਹ ਅਸਭ्य ਨਾ ਰਹਿਣ, ਸਾਡੇ ਵਾਂਗੂ ਸਭ्य ਹੋ ਜਾਣ। ਠੀਕ ਹੈ, ਜਨਮੇਜੇ ਕੀ ਕਹਿੰਦਾ ਵਾ ਕਿ ਉਹਨਾਂ ਨੂੰ ਵੀ ਆਰੀਆ ਹੀ ਬਣਾ ਲੈਨੇ ਆ, ਉਹ ਅਸਭ्य ਨਾ ਰਹਿਣ ਤੇ ਸਭ्य ਰਹਿਣ। ਇਹਦੇ ਵਿੱਚ ਜਨਮੇਜੇ ਆਰੀਆ ਕੁਲ ਨੂੰ ਸਭ्य ਮੰਨਦਾ ਵਾ ਤੇ ਨਾਗਾ ਨੂੰ ਅਸਭ्य ਮੰਨਦਾ ਵਾ। ਠੀਕ ਹੈ, ਆ ਵੇਖੋ ਜਨਮੇਜੇ ਕਹਿੰਦਾ ਵਾ ਕਿਉਂ ਨਹੀਂ ਹੋ ਸਕਦਾ, ਸ਼ਾਇਦ ਤੁਸੀਂ ਨਹੀਂ ਜਾਣਦੇ ਮੇਰਾ ਸੁਪਨਾ ਕਿੰਨਾ ਸੁੰਦਰ ਹੈ, ਸ਼ੁੱਧ ਆਰੀਆ ਰਾਜ ਦਾ ਸੁਪਨਾ। ਜਨਮੇਜੇ ਕੀ ਕਹਿੰਦਾ ਵਾ? ਜਨਮੇਜੇ ਕਹਿੰਦਾ ਵਾ ਮੇਰਾ ਸੁਪਨਾ ਵਾ ਕਿ ਮੈਂ ਸਾਰਿਆਂ ਨੂੰ ਸ਼ੁੱਧ ਆਰੀਆ ਬਣਾ ਦੇਵਾਂ, ਨਾਗ ਕੋਈ ਵੀ ਨਾ ਬਚੇ। ਠੀਕ ਹੈ, ਨਾਗ ਕੁਲ ਦਾ ਕੋਈ ਵੀ ਨਾ ਬਚੇ ਤੇ ਮੈਂ ਸਾਰਿਆਂ ਨੂੰ ਆਰੀਆ ਹੀ ਬਣਾ ਦੇਵਾਂ। ਕੀਰਤੀਮਾਨ ਕੀ ਕਹਿੰਦਾ ਵਾ? ਇਹ ਨਿਰਣਾ ਠੀਕ ਨਹੀਂ ਹੈ, ਮੈਂ ਇਸ ਦਾ ਵਿਰੋਧ ਕਰਦਾ ਹਾਂ।
ਕਾਹਦਾ ਵਿਰੋਧ? ਨਾਗਾਂ ਦੇ ਖਾਤਮੇ ਦਾ ਵਿਰੋਧ ਕਰਦਾ ਹਾਂ। ਪਰ ਜਨਮੇਜੇ ਨਹੀਂ ਮੰਨਦਾ। ਜਨਮੇਜੇ ਕੀ ਕਹਿੰਦਾ ਵਾ? ਇਸ ਨਿਰਣੇ ਦਾ ਵੀ ਵਿਰੋਧ ਕਰਦੇ ਹੋ। ਕੀ ਤੁਸੀਂ ਆਪਣੇ ਸਮਰਾਟ ਦੇ ਹਰ ਨਿਰਣੇ ਦਾ ਵਿਰੋਧ ਕਰੋਗੇ? ਤੇ ਸਮਰਾਟ ਦੇ ਨਿਰਣਿਆਂ ਦੇ ਵਿਰੋਧ ਦਾ ਤਾਂ ਇੱਕੋ ਅਰਥ ਹੈ ਵੀਰ ਕੀਰਤੀਮਾਨ, ਉਹ ਹੈ ਦੇਸ਼ਧਰੋਹ। ਆਪਣੀ ਕਟਾਰ ਨੂੰ ਹੱਥ ਪਾਉਂਦਾ ਹੈ ਕੌਣ? ਜਨਮੇਜੇ। ਜਨਮੇਜੇ ਕਹਿੰਦਾ ਵਾ ਤੁਸੀਂ ਆਪਣੇ ਸਮਰਾਟ ਦਾ ਵਿਰੋਧ ਕਰਦੇ ਹੋ, ਇਹਦਾ ਮਤਲਬ ਕਿ ਤੁਸੀਂ ਦੇਸ਼ਧਰੋਹੀ ਹੋ। ਠੀਕ ਹੈ। ਕੀਰਤੀਮਾਨ ਆਖਦਾ ਵਾ ਕਿ ਮੈਂ ਦੇਸ਼ਧਰੋਹੀ ਨਹੀਂ ਆ, ਤੁਸੀਂ ਕਟਾਰ ਨੂੰ ਹੱਥ ਨਾ ਪਾਓ। ਠੀਕ ਹੈ। ਜਨਮੇਜੇ ਕਹਿੰਦਾ ਵਾ ਇਹ ਰਾਜ ਨਾਲ ਧਰੋਏ, ਆਰਿਆਵਰਤ ਨਾਲ ਧਰੋਏ, ਤੇ ਮੈਂ ਕਿਸੇ ਨੂੰ ਵੀ ਆਰਿਆਵਰਤ ਨਾਲ ਧਰੋ ਨਹੀਂ ਕਰਨ ਦਵਾਂਗਾ, ਆਪਣੇ ਪਰਮ ਮਿੱਤਰ ਨੂੰ ਵੀ ਨਹੀਂ। ਮੈਂ ਜਾਣਦਾ ਮੇਰੇ ਮਿੱਤਰ, ਮੇਰੀ ਵੀ ਮਨਸ਼ਾ ਇਹ ਨਹੀਂ ਸੀ, ਪਰ ਇੱਥੇ ਸ਼ੰਕਾ ਲਈ ਕੋਈ ਥਾਂ ਨਹੀਂ, ਕੋਈ ਥਾਂ ਨਹੀਂ। ਮਿੱਤਰ ਦਾ ਲਹੂ, ਸ਼ਾਇਦ ਇਹ ਜ਼ਰੂਰੀ ਸੀ ਕਿ ਇਸ ਯੱਗ ਵਿੱਚ ਮਿੱਤਰ ਦੇ ਲਹੂ ਦੀ ਆਹੂਤੀ ਪਵੇ। ਵਿਦਾ ਮੇਰੇ ਮਿੱਤਰ, ਅਲਵਿਦਾ। ਜਨਮੇਜੇ ਕਹਿੰਦਾ ਵਾ ਇਸ ਜੱਗ ਵਿੱਚ ਮੇਰੇ ਦੋਸਤ ਕੀਰਤੀਮਾਨ ਦੇ ਲਹੂ ਦੀ ਆਹੂਤੀ ਪਵੇਗੀ। ਮੇਜੇ ਕੀਰਤੀਮਾਨ ਨੂੰ ਕਟਾਰ ਦੇ ਨਾਲ ਮਾਰ ਦਿੰਦਾ ਵਾ। ਠੀਕ ਹੈ। ਦੂਸਰੇ ਦ੍ਰਿਸ਼ ਵਿੱਚ ਕੀਰਤੀਮਾਨ ਜਨਮੇਜੇ ਦਾ ਦੋਸਤ ਆ। ਕੀਰਤੀਮਾਨ ਨੂੰ ਸਮਝਾਉਣ ਆਉਂਦਾ ਵਾ ਕਿ ਤੂੰ ਅਗਨੀ ਕੁੰਡ ਨਾ ਪਖਾ, ਯੁੱਧ ਨਾ ਕਰ, ਪਰ ਜਨਮੇਜੇ ਨਹੀਂ ਮੰਨਦਾ। ਜਨਮੇਜੇ ਕੀਰਤੀਮਾਨ ਨੂੰ ਕਹਿੰਦਾ ਕਿ ਤੂੰ ਮੇਰੇ ਫੈਸਲੇ ਦਾ ਵਿਰੋਧ ਕੀਤਾ ਵਾ, ਤੂੰ ਦੇਸ਼ਧਰੋਹੀ ਆ। ਇਸੇ ਕਾਰਨ ਉਹ ਕੀਰਤੀਮਾਨ ਦੇ ਢਿੱਡ ਵਿੱਚ ਕਟਾਰ ਮਾਰ ਦਿੰਦਾ ਵਾ। ਠੀਕ ਹੈ। ਤਲਵਾਰ ਮਾਰ ਦਿੰਦਾ ਵਾ ਤੇ ਕੀਰਤੀਮਾਨ ਮਰ ਜਾਂਦਾ ਵਾ। ਠੀਕ ਹੈ। ਦੂਸਰੇ ਦ੍ਰਿਸ਼ ਵਿੱਚ ਕੀਰਤੀਮਾਨ ਦੀ ਮੌਤ ਹੋ ਜਾਂਦੀ ਆ। ਹਾਂਜੀ। ਤੀਸਰਾ ਦ੍ਰਿਸ਼ ਦੇਖੋ, ਗਾਇਕ ਮੰਡਲੀ ਆਉਂਦੀ ਹੈ ਤੀਸਰੇ ਦ੍ਰਿਸ਼ ਵਿੱਚ। ਜਿਉਂ-ਜਿਉਂ ਪੈਣ ਆਹੂਤੀਆਂ, ਤਿਉਂ-ਤਿਉਂ ਜਲਦੇ ਨਾਗ, ਡਿੱਗਣ ਸੂਰਮੇ ਭੈ ਦੇਵਣੇ, ਯੁੱਧ ਦਾ ਉੱਚਾ ਰਾਗ। ਯੁੱਧ ਹੋ ਰਿਹਾ ਵਾ, ਨਾਗਾਂ ਦਾ ਕਤਲ ਹੋ ਰਿਹਾ ਵਾ, ਕਈ ਨਾਗ ਮਰ ਚੁੱਕੇ ਨੇ। ਹਵਨ ਦੇ ਅਗਨੀਕੁੰਡ ਵਿੱਚ ਅੱਗ ਬਲ ਰਹੀ ਹੈ। ਹਵਨ ਦੇ ਅਗਨੀਕੁੰਡ ਵਿੱਚ ਅੱਗ ਬਲ ਰਹੀ ਹੈ। ਪੁਰੋਹਿਤ ਰਿਸ਼ੀ ਵੇਦ ਮੰਤਰ ਪੜ ਰਹੇ ਹਨ। ਗਾਇਕ ਮੰਡਲੀ ਦਾ ਪ੍ਰਵੇਸ਼ ਹੁੰਦਾ ਵਾ ਤੇ ਗਾਇਕ ਮੰਡਲੀ ਕੀ ਕਹਿੰਦੀ ਆ? ਜਿਉਂ-ਜਿਉਂ ਪੈਣ ਆਹੂਤੀਆਂ, ਤਿਉਂ-ਤਿਉਂ ਜਲਦੇ ਨਾਗ, ਡਿੱਗਣ ਸੂਰਮੇ ਭੈ ਦੇਵਣੇ, ਯੁੱਧ ਦਾ ਉੱਚਾ ਰਾਗ। ਠੀਕ ਹੈ। ਤੀਸਰੇ ਦ੍ਰਿਸ਼ ਵਿੱਚ ਕੁੰਤਕ, ਨਿਮਲ, ਕਸ਼ਿਜੇ ਤੇ ਜਨਮੇਜੇ ਦੀ ਇਹ ਸਾਰਿਆਂ ਦੀ ਵਾਰਤਾਲਾਪ ਹੋਣੀ ਆ ਤੇ ਕੀਰਤੀਮਾਨ ਵੀ ਆਉਂਦਾ ਵਾ। ਕੀਰਤੀਮਾਨ ਜਨਮੇਜੇ ਦੇ ਖਿਆਲਾਂ ਵਿੱਚ ਆਉਂਦਾ ਵਾ। ਠੀਕ ਹੈ। ਕੀਰਤੀਮਾਨ ਦੂਸਰੇ ਦ੍ਰਿਸ਼ ਵਿੱਚ ਮਰ ਚੁੱਕਾ ਵਾ, ਪਰ ਜਨਮੇਜੇ ਦੇ ਖਿਆਲਾਂ ਵਿੱਚ ਆਉਂਦਾ ਵਾ। ਤੀਸਰੇ ਦ੍ਰਿਸ਼ ਵਿੱਚ ਰਿਸ਼ੀ ਉਤੰਕ ਜਨਮੇਜੇ ਨੂੰ ਭੜਕਾਉਂਦਾ ਵਾ ਕਿ ਤੂੰ ਜੱਗ ਕਰ, ਅਗਨੀਕੁੰਡ ਪਖਾ, ਆਹੂਤੀਆਂ ਦੇ, ਨਾਗਾਂ ਦੀ ਹੱਤਿਆ ਕਰਾ। ਠੀਕ ਹੈ। ਉਸਨੂੰ ਉਕਸਾਉਂਦਾ ਵਾ ਜ਼ਿਆਦਾ ਜਨਮੇਜੇ ਨੂੰ। ਨਿਮਲ ਤੇ ਕਸ਼ਿਜ ਜਨਮੇਜੇ ਨੂੰ ਸਮਝਾਉਂਦੀਆਂ ਵਾ, ਪਰ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਕੀਰਤੀਮਾਨ ਵੀ ਜਨਮੇਜੇ ਦੇ ਖਿਆਲਾਂ ਵਿੱਚ ਆ ਕੇ ਆਪਣੇ ਦੋਸਤ ਜਨਮੇਜੇ ਨੂੰ ਸਮਝਾਉਂਦਾ ਵਾ, ਪਰ ਉਸ ਤੇ ਕੋਈ ਅਸਰ ਨਹੀਂ ਹੁੰਦਾ ਜਨਮੇਜੇ ਤੇ। ਠੀਕ ਹੈ। ਆ ਦੇਖੋ, ਤੂੰ ਆਰਿਆਵਰਤ ਨੂੰ ਉਸ ਦੀ ਪੁਰਾਣੀ ਆਨ ਤੇ ਸ਼ਾਨ ਦਿੱਤੀ ਹੈ। ਤੂੰ ਮਹਾਨ ਹੈ ਜਨਮੇਜੇ, ਅਤ ਮਹਾਨ, ਤੈਨੂੰ ਪਾ ਕੇ ਇਹ ਪੁੰਨਿਆ ਭੂਮੀ ਧੰਨ ਧੰਨ ਹੋ ਉੱਠੀ ਹੈ। ਉਤੰਕ ਜਨਮੇਜੇ ਨੂੰ ਉਕਸਾਉਂਦਾ ਵਾ ਕਿ ਤੂੰ ਮਹਾਨ ਏ, ਤੂੰ ਮਹਾਨ ਏ। ਜਨਮੇਜੇ ਵੀ ਮਹਾਨ ਬਣਨਾ ਚਾਹੁੰਦਾ ਵਾ। ਜਨਮੇਜੇ ਦੀ ਨਜ਼ਰਾਂ ਵਿੱਚ ਇਹ ਆ ਕਿ ਜੇ ਮੈਂ ਲੋਕਾਂ ਨੂੰ ਮਾਰਾਂਗਾ, ਨਾਗਾਂ ਲੋਕਾਂ ਦਾ ਕਤਲੇਆਮ ਕਰਾਂਗਾ ਤੇ ਮੈਂ ਮਹਾਨ ਬਣਾਂਗਾ। ਠੀਕ ਹੈ। ਨਿਮਲ ਉਹਨੂੰ ਰੋਕਦੀ ਆ, ਤੂੰ ਕਿੰਨੇ ਲੋਕਾਂ ਨੂੰ ਮਾਰੇਗਾ ਪੁੱਤਰ, ਕਿੰਨੇ ਲੋਕਾਂ ਨੂੰ? ਕੀ ਤੂੰ ਨਾਗਾਂ ਦਾ ਖੁਰਾ ਖੋਚ ਮਿਟਾ ਦੇਵੇਂਗਾ? ਯਾਦ ਰੱਖ, ਇਸ ਦੁਨੀਆ 'ਚ ਕੋਈ ਕਿਸੇ ਦਾ ਵੀ ਨਾਸ ਨਹੀਂ ਕਰ ਸਕਿਆ। ਇਸ ਦੇ ਗਲਤ ਨਤੀਜੇ ਨਿਕਲਣਗੇ। ਮਿੱਤਰਤਾ ਦਾ ਰਾਹ ਹੀ ਠੀਕ ਰਾਹ ਹੈ। ਠੀਕ ਹੈ। ਉਤੰਕ ਫੇਰ ਉਹਨੂੰ ਸਮਝਾਉਂਦਾ ਵਾ, ਤੂੰ ਮਹਾਬਲੀ ਤੇ ਮਹਾਨਾਇਕ ਬਣਿਆ। ਅੱਜ ਤੇਰੇ ਕੋਲ ਸੱਤਾ ਵੀ ਆ, ਸ਼ਕਤੀ ਵੀ ਆ, ਤੇ ਤੇਰੇ ਮੰਤਰੀ ਨਾਇਕ ਮਿੱਤਰਤਾ ਵੈਰੀ ਜੋ ਕੱਲ ਤੱਕ ਤੈਨੂੰ ਨਦਾਨ ਤੇ ਮਾਸੂਮ ਸਮਝਦੇ ਸਨ, ਅੱਜ ਤੇਰੇ ਸਾਹਮਣੇ ਨਿੱਕੇ ਤੇ ਬੌਣੇ ਹੋ ਗਏ ਹਨ। ਉਤੰਕ ਜਨਮੇਜੇ ਨੂੰ ਕਹਿੰਦਾ ਵਾ, ਤੂੰ ਇਹ ਸਭ ਕਰਕੇ ਮਹਾਬਲੀ ਬਣ ਗਿਆ ਵਾ, ਮਹਾਨਾਇਕ ਬਣ ਗਿਆ ਵਾ। ਜਿਹੜੇ ਤੈਨੂੰ ਨਦਾਨ ਤੇ ਮਾਸੂਮ ਸਮਝਦੇ ਸੀ, ਉਹ ਅੱਜ ਤੇਰੇ ਗੜੀ ਨਿੱਕੇ ਤੇ ਬੌਣੇ ਹੋ ਗਏ ਨੇ। ਕਸ਼ਿਜੇ ਵੀ ਆਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰਾ ਸਵਾਮੀ ਜਨਮੇਜੇ ਕਿੱਥੇ ਆ। ਠੀਕ ਹੈ। ਨਿਮਲ ਤੇ ਕਸ਼ਿਜੇ ਦੀ ਵਾਰਤਾਲਾਪ ਹੁੰਦੀ ਹੈ, ਜਿਹਦੇ ਵਿੱਚ ਨਿਮਲ ਕਸ਼ਿਜੇ ਨੂੰ ਕਹਿੰਦੀ ਹੈ ਕਿ ਤੂੰ ਉਹਦੀ ਪਤਨੀ ਆ, ਤੂੰ ਆਪਣੇ ਪਤੀ ਨੂੰ ਕਾਬੂ ਵਿੱਚ ਨਹੀਂ ਰੱਖ ਸਕੀ ਹੀ। ਇਸੇ ਕਰਕੇ ਨਿਮਲ ਤੇ ਕਸ਼ਿਜੇ ਵਿੱਚ ਲੜਾਈ ਹੁੰਦੀ ਆ। ਕਸ਼ਿਜੇ ਜਨਮੇਜੇ ਦੀ ਪਤਨੀ ਆ। ਠੀਕ ਹੈ। ਕੀਰਤੀਮਾਨ ਜਨਮੇਜੇ ਦੇ ਖਿਆਲਾਂ ਵਿੱਚ ਆਂਦਾ ਵਾ ਤੇ ਉਹਨੂੰ ਕਹਿੰਦਾ ਵਾ ਕਿ ਤੂੰ ਮੁੜ ਜਾ, ਅਗਨੀਕੁੰਡ ਨਾ ਪਖਾ, ਪਰ ਜਨਮੇਜੇ ਨਹੀਂ ਮੰਨਦਾ। ਠੀਕ ਹੈ। ਆਖੋ ਕੀਰਤੀਮਾਨ ਕੀ ਕਹਿੰਦਾ ਵਾ, ਇਹ ਨਹੀਂ ਹੋ ਸਕਦਾ ਸਮਰਾਟ, ਮੈਂ ਤੇਰੇ ਚੇਤਿਆਂ ਵਿੱਚ ਉੱਥੇ ਖੜਾ ਹਾਂ ਜਿੱਥੇ ਤੇਰੇ ਹੱਥ ਨਹੀਂ ਪਹੁੰਚ ਸਕਦੇ। ਮੇਰੀ ਆਵਾਜ਼ ਸੁਣ, ਇਸ ਅਗਨੀ ਨੂੰ ਬੁਝਾ ਦੇ ਮੇਰੇ ਮਿੱਤਰ, ਕਿਉਂਕਿ ਤੂੰ ਹੀ ਇਸ ਨੂੰ ਬੁਝਾ ਸਕਦਾ ਹੈ। ਸਮੇਂ ਤੇ ਇਤਿਹਾਸ ਨੇ ਇਹ ਸੱਤਾ ਤੈਨੂੰ ਦਿੱਤੀ ਏ। ਠੀਕ ਹੈ। ਜਨਮੇਜੇ ਕਹਿੰਦਾ ਵਾ, ਅੱਜ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ। ਅੱਜ ਕੋਈ ਵੀ ਆਰੀਆ ਸਮਰਾਟ, ਨਾਇਕ, ਸੈਨਾਪਤੀ, ਰਿਸ਼ੀ ਮੇਰੇ ਸਾਹਮਣੇ ਦਮ ਨਹੀਂ ਭਰ ਸਕਦਾ।
ਅੱਜ ਸਾਰੇ ਦੇਸ਼ਾਂ ਪ੍ਰਦੇਸ਼ਾਂ ਨਾਗ ਕਿਰਾਤ ਤੇ ਨਿਸ਼ਾਦ ਧਰਤੀਆਂ ਤੇ ਇੱਕ ਹੀ ਨਾਂ ਗੂੰਜਦਾ ਹੈ, ਜਨਮੇਜਯ ਜਨਮੇਜਯ ਜਨਮੇਜਯ। ਠੀਕ ਹੈ। ਉਹ ਜਗਸ਼ਾਲਾ ਵਿਚਲੇ ਅਗਨੀ ਕੁੰਡ ਵੱਲ ਮੁੜਦਾ ਹੈ। ਕੌਣ? ਜਨਮੇਜਯ। ਉਸ ਦਾ ਧਿਆਨ ਅਗਨੀ ਤੇ ਕੇਂਦਰਿਤ ਹੈ। ਇਹ ਸਭ ਅਗਨੀ ਦਾ ਹੀ ਪ੍ਰਤਾਪ ਹੈ। ਇਹ ਅਗਨੀ ਹੀ ਹੈ। ਇਸ ਤੇ ਘਰਾਂ ਦੀ ਰੋਟੀ ਵੀ ਪੱਕਦੀ ਏ ਤੇ ਸੱਤਾ ਦਾ ਰੋਟ ਵੀ। ਲਗਾਓ ਲਗਾਓ ਹੋਰ ਅਗਨ ਲਗਾਓ, ਕੋਈ ਨਾਗ ਜਾਂ ਨਾਗ ਬੱਚਾ ਜਿੰਦਾ ਨਾ ਬਚੇ। ਹਰ ਪਾਸੇ ਆਰਿਆ ਵਰਤ ਦੀ ਜੈ ਜੈਕਾਰ ਹੋਵੇ, ਪਾਂਡੂ ਕੁਲ ਦੀ ਜੈ ਜੈਕਾਰ ਹੋਵੇ। ਲਗਾਓ ਹੋਰ ਅਗਨ ਲਗਾਓ, ਇੰਨੀ ਅਗਨ ਲਗਾਓ ਕਿ ਸਾਰੀ ਧਰਤੀ ਰੋਸ਼ਨ ਹੋ ਜਾਏ। ਆਰਿਆ ਵਰਤ ਦੀ ਕੀਰਤੀ ਦੇ ਨਾਲ, ਸੱਚ ਤੇ ਧਰਮ ਦੀ ਸੱਤਾ ਦੇ ਨਾਲ। ਠੀਕ ਹੈ। ਇਹਦੇ ਵਿੱਚ ਜਨਮੇਜਯ ਕਹਿੰਦਾ ਕਿ ਨਾਗ ਤੇ ਨਾਗਾਂ ਦੇ ਬੱਚੇ ਵੀ ਮਰਵਾ ਦਿਓ। ਠੀਕ ਹੈ। ਉਹ ਨਹੀਂ ਦੇਖਦਾ ਕਿ ਨਾਗ ਆ, ਨਾਗਾਂ ਦੇ ਬੱਚੇ ਆ ਜਾਂ ਉਹਨਾਂ ਦੀਆਂ ਔਰਤਾਂ ਵਾ। ਠੀਕ ਹੈ। ਨਿਮਲ ਤੇ ਕਸ਼ਿਜੇ ਦੋਨੋਂ ਜਨਮੇਜਯ ਨੂੰ ਲੱਭ ਰਹੀਆਂ ਵਾ, ਪਰ ਜਨਮੇਜਯ ਨਹੀਂ ਲੱਭ ਰਿਹਾ। ਨਿਮਲ ਕਹਿੰਦੀ ਆ ਹੁਣ ਕਿਉਂ ਲੱਭ ਰਹੀ ਏ ਤੂੰ ਉਹਨੂੰ? ਕਸ਼ਿਜੇ ਕਹਿੰਦੀ ਹੈ ਕਿ ਉਹ ਤੇ ਮੇਰੇ ਤੋਂ ਕਦੋਂ ਦਾ ਦੂਰ ਚਲਾ ਗਿਆ ਸੀ, ਮਾਲਵਿਕਾ ਦੀਆਂ ਬਾਹਾਂ ਵਿੱਚ। ਠੀਕ ਹੈ। ਮਾਲਵਿਕਾ ਕੌਣ ਸੀ? ਜਨਮੇਜਯ ਦੀ ਧਰਮ ਗੁਰੂ ਸੀ। ਨਿਮਲ ਕਹਿੰਦੀ ਆ ਤੂੰ ਆਪਣੇ ਪਤੀ ਨੂੰ ਵਸ ਵਿੱਚ ਨਹੀਂ ਕਰ ਸਕੀ, ਤੇ ਕਸ਼ਿਜੇ ਕਹਿੰਦੀ ਆ ਮੈਂ ਜਾਦੂਗਰਨੀ ਨਹੀਂ ਆ ਮਾਂ, ਇਹ ਨਾ ਹੀ ਮੈਨੂੰ ਨਾਗ ਕੰਨਿਆਵਾਂ ਵਾਂਗ ਮਰਦਾਂ ਨੂੰ ਕੀਲਣਾ ਆਉਂਦਾ ਹੈ। ਠੀਕ ਆ। ਆਪਣੀ ਸੱਸ ਨੂੰ ਕਹਿੰਦੀ ਆ ਕਿ ਮੈਂ ਜਾਦੂਗਰਨੀ ਨਹੀਂ ਆ ਤੇ ਨਾ ਹੀ ਮੈਨੂੰ ਨਾਗ ਕੰਨਿਆ ਵਾਂਗ ਮਰਦਾਂ ਨੂੰ ਕੀਲਣਾ ਆਉਂਦਾ ਹੈ। ਠੀਕ ਹੈ। ਇਹ ਕਸ਼ਿਜੇ ਆਪਣੀ ਸੱਸ ਨਿਮਲ ਨੂੰ ਕਹਿੰਦੀ ਹੈ। ਨਿਮਲ ਕਹਿੰਦੀ ਹੈ ਚੁੱਪ ਕਮਜ਼ੋਰ ਤ੍ਰੀਮਤ ਚੁੱਪ। ਫਿਰ ਦੋਨੇ ਜਣੀਆਂ ਇਕੱਠੀਆਂ ਜਨਮੇਜਯ ਨੂੰ ਲੱਭਦੀਆਂ ਵਾ। ਹਾਂ ਮਾਂ ਆਓ ਉਸ ਨੂੰ ਲੱਭੀਏ ਆਓ। ਠੀਕ ਹੈ। ਗਾਇਕ ਮੰਡਲੀ ਕੀ ਕਹਿੰਦੀ ਆ? ਚੱਲ ਲੱਭੀਏ ਪੁੱਤਰ ਆਪਣਾ, ਕਹਿ ਰਹੀ ਹੈ ਮਾਂ, ਦੂਈ ਟੋਲੇ ਮਾਹੀ ਆਪਣਾ, ਲੱਭੇ ਸਿਰ ਦੀ ਛਾਂ, ਨਾ ਮੋਈਆਂ ਨਾ ਜੂੰਦੀਆਂ, ਪਤਨੀ ਤੇ ਉਹ ਮਾਂ। ਠੀਕ ਹੈ। ਇਹ ਗਾਇਕ ਮੰਡਲੀ ਕਹਿੰਦੀ ਆ। ਤੀਸਰੇ ਦ੍ਰਿਸ਼ ਚ ਕੀ ਹੁੰਦਾ ਵਾ? ਗਾਇਕ ਮੰਡਲੀ ਕਹਿੰਦੀ ਆ ਆਹੂਤੀਆਂ ਪੈ ਰਹੀਆਂ ਵਾ ਤੇ ਨਾਗ ਮਰ ਰਹੇ ਨੇ। ਉਤੰਕ ਜਨਮੇਜਯ ਨੂੰ ਭੜਕਾਉਂਦਾ ਵਾ ਕਿ ਤੂੰ ਜੱਗ ਕਰ, ਤੂੰ ਮਹਾਨ ਬਣੇਗਾ ਇਹਦੇ ਨਾਲ। ਕੀਰਤੀਮਾਨ ਵੀ ਜਨਮੇਜਯ ਦੇ ਚੇਤਿਆਂ ਵਿੱਚ ਆ ਕੇ, ਉਹਦੇ ਖਿਆਲਾਂ ਵਿੱਚ ਆ ਕੇ ਜਨਮੇਜਯ ਨੂੰ ਸਮਝਾਉਂਦਾ ਵਾ, ਪਰ ਜਨਮੇਜਯ ਨਹੀਂ ਮੰਨਦਾ। ਠੀਕ ਹੈ। ਬਾਅਦ ਵਿੱਚ ਨਿਮਲ ਤੇ ਕਸ਼ਿਜੇ ਦੀ ਲੜਾਈ ਹੁੰਦੀ ਆ। ਨਿਮਲ ਕਹਿੰਦੀ ਕਿ ਤੂੰ ਆਪਣੇ ਪਤੀ ਨੂੰ ਕਾਬੂ 'ਚ ਨਹੀਂ ਕਰ ਸਕੀ, ਤੇਰੀ ਉਹ ਮੰਨਦਾ ਨਹੀਂ ਆ, ਤੇ ਇਸੇ ਤਰ੍ਹਾਂ ਹੀ ਕਸ਼ਿਜੇ ਆਪਣੀ ਸੱਸ ਨੂੰ ਉਲਟਾ ਮੇਨਾ ਦਿੰਦੀ ਆ। ਠੀਕ ਹੈ। ਬਾਅਦ ਵਿੱਚ ਉਹ ਦੋਵੇਂ ਜਣੀਆਂ ਫਿਰ ਆਂਦੀਆਂ ਵਾ ਚਲੋ ਆਪਾਂ ਜਨਮੇਜਯ ਨੂੰ ਲੱਭੀਏ। ਠੀਕ ਹੈ। ਚੌਥੇ ਦ੍ਰਿਸ਼ ਵਿੱਚ ਨਾਗਾਂ ਦਾ ਨਾਸ਼ ਹੋ ਰਿਹਾ ਵਾ, ਨਾਗਾਂ ਦਾ ਕਤਲ ਹੋ ਰਿਹਾ ਵਾ, ਜਿਹਦੇ ਵਿੱਚ ਕਾਲੀ ਨਾਗ ਤੇ ਭੂਰੀ ਨਾਗ ਨੂੰ ਆਰੀਆ ਲੋਕ ਮਾਰ ਦਿੰਦੇ ਨੇ ਤੇ ਉਹਨਾਂ ਦੇ ਸਿਰ ਵੱਢ ਕੇ ਆਰੀਆ ਰਾਜ ਵਿੱਚ ਲੈ ਕੇ ਆਉਂਦੇ ਨੇ। ਕਹਿ ਰਹੇ ਨੇ ਕਿ ਮੇਰੀ ਟੁਕਰੀ ਨੇ 100 ਨਾਗਾਂ ਦਾ ਘਾਣ ਕੀਤਾ ਹੈ। ਠੀਕ ਹੈ। ਕਹਿੰਦੇ ਆਪਾਂ ਖਾਸ ਭੇਟ ਲਿਆਇਆ ਤੁਹਾਡੇ ਲਈ। ਜਨਮੇਜਯ ਆਂਦਾ ਕੀ ਲੈ ਕੇ ਆਏ ਹੋ? ਉਹ ਕਹਿੰਦੇ ਅਸੀਂ ਕਾਲੀ ਨਾਗ ਤੇ ਭੂਰੀ ਨਾਗ ਦੇ ਸਿਰ ਲੈ ਕੇ ਆਏ ਹਾਂ। ਨਾਗਾਂ ਦਾ ਘਾਣ ਹੋ ਰਿਹਾ ਵਾ, ਨਾਗਾਂ ਦੀ ਹੱਤਿਆ ਹੋ ਰਹੀ ਹੈ, ਜਿਹਦੇ ਵਿੱਚ ਜਨਮੇਜਯ ਦੇ ਸੈਨਿਕ ਜਿਹੜੇ ਆ ਕਾਲੀ ਨਾਗ ਤੇ ਭੂਰੀ ਨਾਗ ਨੂੰ ਮਾਰ ਕੇ ਲਿਆਏ ਨੇ। ਠੀਕ ਹੈ। ਸੈਨਿਕ ਆਂਦੇ ਆ ਕਿ ਕਾਲੀ ਨਾਗ ਤੇ ਭੂਰੀ ਨਾਗ ਤੁਹਾਨੂੰ ਮਾਰਨ ਨੂੰ ਆਏ ਸੀ ਤੇ ਇਹਦਾ ਆਦੇਸ਼ ਵਾਸੂਕੀ ਨੇ ਦਿੱਤਾ ਸੀ। ਜਨਮੇਜਯ ਨਹੀਂ ਮੰਨਦਾ। ਜਨਮੇਜਯ ਕਹਿੰਦਾ ਉਹ ਤੇ ਮੇਰਾ ਨਾਨਾ, ਉਹ ਮੈਨੂੰ ਕਿਉਂ ਮਾਰੇਗਾ? ਜਨਮੇਜਯ ਕਹਿੰਦਾ ਵਾ ਅਸੰਭਵ, ਇਹ ਨਹੀਂ ਹੋ ਸਕਦਾ। ਮੈਂ ਨਾਗਾਂ ਦੇ ਘਾਣ ਦਾ ਆਦੇਸ਼ ਦਿੱਤਾ, ਪਰ ਨਾਗ ਵਡੇਰੇ ਵਾਸੂਕੀ ਦੀ ਹੱਤਿਆ ਦਾ ਨਹੀਂ, ਪਰ ਉਹਨਾਂ ਨੇ ਮੇਰੀ ਹੱਤਿਆ ਕਰਨ ਲਈ ਹਥਿਆਰੇ ਭੇਜੇ। ਅਸੰਭਵ, ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ। ਜਨਮੇਜਯ ਕੀ ਕਹਿੰਦਾ ਵਾ? ਅਜੇ ਤੱਕ ਮੈਂ ਨਾਗ ਵਡੇਰੇ ਵਾਸੂਕੀ ਦੇ ਵੱਧ ਦਾ ਆਦੇਸ਼ ਨਹੀਂ ਦਿੱਤਾ, ਪਰ ਹੁਣ ਮੈਂ ਵੀਰ ਅਰਜਨ ਦਾ ਪੜਪੋਤਰਾ ਜਨਮੇਜਯ ਆਦੇਸ਼ ਦਿੰਦਾ ਹਾਂ ਕਿ ਨਾਗ ਲੋਕਾਂ ਤੇ ਕੋਈ ਦਇਆ ਨਾ ਕੀਤੀ ਜਾਵੇ। ਹਰ ਨਾਗ ਦਾ ਵੱਧ ਜਾਇਜ਼ ਹੈ, ਨਾਗ ਵਡੇਰੇ ਵਾਸੂਕੀ ਦਾ ਵੀ। ਹਾਂ ਨਾਗਵੀਰ ਵਾਸੂਕੀ ਦਾ ਵੀ, ਜਿਸ ਦਾ ਖੂਨ ਮੇਰੀਆਂ ਰਗਾਂ ਵਿੱਚ ਵੀ ਵਹਿੰਦਾ ਹੈ। ਜਨਮੇਜਯ ਕਹਿ ਰਿਹਾ ਵਾ ਕਿ ਮੈਂ ਪਹਿਲੇ ਵਾਸੂਕੀ ਨੂੰ ਮਾਰਨ ਦਾ ਆਦੇਸ਼ ਨਹੀਂ ਦਿੱਤਾ ਸੀ, ਮੈਂ ਬਸ ਨਾਗਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ। ਹੁਣ ਮੈਂ ਕਹਿ ਰਿਹਾ ਵਾਂ ਕਿ ਤੁਸੀਂ ਵਾਸੂਕੀ ਨੂੰ ਵੀ ਮਾਰ ਦਵੋ। ਠੀਕ ਹੈ। ਮਹਾਮੰਤਰੀ ਕੀ ਕਹਿੰਦੇ ਨੇ? ਮਹਾਰਾਜ, ਨਾਗ ਵਡੇਰੇ ਵਾਸੂਕੀ ਨੇ ਸ਼ਾਂਤੀ ਵਾਰਤਾ ਕਰਨ ਲਈ ਦੂਤ ਭੇਜੇ ਨੇ। ਠੀਕ ਹੈ। ਵਾਸੂਕੀ ਨੇ ਦੂਤ ਭੇਜੇ ਨੇ, ਪਰ ਜਨਮੇਜਯ ਕਹਿੰਦਾ ਵਾ ਕਿ ਦੂਤਾਂ ਨੂੰ ਕੈਦ ਕਰ ਲਿਆ ਜਾਵੇ। ਮਹਾਮੰਤਰੀ ਸਮਝਾਉਂਦੇ ਆ ਕਿ ਕੈਦ ਕਰਨਾ ਜਾਇਜ਼ ਨਹੀਂ ਆ, ਦੂਤਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਜਨਮੇਜਯ ਦੇ ਕਹਿਣ ਤੇ ਉਹ ਕੈਦ ਕਰ ਲੈਂਦੇ ਨੇ, ਉਹਨਾਂ ਨੂੰ ਬੰਦੀ ਬਣਾ ਲੈਂਦੇ ਨੇ, ਉਹਨਾਂ ਨੂੰ ਦੂਤਾਂ ਨੂੰ ਬੰਦੀ ਬਣਾ ਲੈਂਦੇ ਨੇ। ਠੀਕ ਹੈ। ਤੇ ਬਾਅਦ ਵਿੱਚ ਦੂਤਾਂ ਨੂੰ ਮਾਰ ਦਿੰਦੇ ਨੇ। ਤੀਸਰੇ ਦ੍ਰਿਸ਼ ਚ ਕੀ ਹੀ? ਨਾਗਾਂ ਦਾ ਘਾਣ ਹੋ ਰਿਹਾ ਵਾ, ਕਾਲੀ ਨਾਗ ਤੇ ਭੂਰੀ ਨਾਗ ਨੂੰ ਮਾਰ ਕੇ ਲਿਆਂਦਾ ਜਾਂਦਾ ਵਾ। ਫਿਰ ਉਹ ਦੱਸਦੇ ਆ ਕਿ ਵਾਸੂਕੀ ਨੇ ਇਹ ਦੋ ਨਾਗ ਤੁਹਾਨੂੰ ਮਾਰਨ ਲਈ ਭੇਜੇ ਸੀ, ਤੇ ਜਨਮੇਜਯ ਕਹਿੰਦਾ ਕਿ ਮੈਨੂੰ ਯਕੀਨ ਨਹੀਂ ਹੋਣ ਦਿਆ ਕਿ ਵਾਸੂਕੀ ਨੇ ਮੈਨੂੰ ਮਾਰਨ ਨੂੰ ਭੇਜਿਆ ਵਾ। ਠੀਕ ਹੈ।
ਬਾਅਦ ਵਿੱਚ ਵਾਸੁਕੀ ਸੁਲਾਹ ਕਰਨ ਲਈ ਦੂਤ ਭੇਜਦਾ ਵਾ, ਪਰ ਜਨਮੇਜੇ ਕਹਿੰਦਾ ਕਿ ਇਹਨਾਂ ਨੂੰ ਕੈਦ ਕਰ ਲਿਆ ਜਾਏ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਠੀਕ ਹੈ, ਇਹ ਸੀ ਸਾਡਾ ਚੌਥਾ ਦ੍ਰਿਸ਼। ਪੰਜਵੇਂ ਦ੍ਰਿਸ਼ ਵਿੱਚ ਨਾਗ ਲੋਕਾਂ ਵਿੱਚ ਵਾਰਤਾਲਾਪ ਆ। ਕੀ ਕਹਿ ਰਿਹਾ ਵਾ ਕਿ ਅਸੀਂ ਆਰੀਆ ਨਾਲ ਦੋਸਤੀ ਦਾ ਹੱਥ ਵਧਾਵਾਂਗੇ ਤੇ ਆਸਤਿਕ ਨੂੰ ਆਰੀਆ ਲੋਕਾਂ ਵਿੱਚ ਭੇਜਾਂਗੇ ਸੁਲਾਹ ਕਰਨ ਲਈ ਦੂਤ ਦੇ ਤੌਰ ਤੇ। ਠੀਕ ਹੈ, ਹਾਂਜੀ ਦੇਖੋ। ਮਹਾਬਲੀ ਨਾਗ, ਅਸੀਂ ਕੀ ਕਰੀਏ ਮਹਾਬਲੀ, ਕੀ ਤੇਰੀ ਸ਼ਕਤੀ ਖਤਮ ਹੋ ਰਹੀ ਏ? ਪਾਂਡੂ ਸੈਨਾ ਨਾਗਵਨਾਂ ਨੂੰ ਜਲਾ ਰਹੀ ਹੈ, ਬੱਚੇ ਬੁੱਢੇ ਜਵਾਨ ਤ੍ਰੀਮਤ ਸਭ ਨੂੰ। ਠੀਕ ਹੈ, ਇਹਲਾ ਪੁੱਤਰ ਕੀ ਕਹਿੰਦਾ ਵਾ ਕਿ ਮੈਂ ਸਾਰੇ ਬੰਨੇ ਕਤਲੇਆਮ ਦੇ ਸਮਾਚਾਰ ਸੁਣ ਰਿਹਾ ਹਾਂ, ਨਾਗਾਂ ਦੇ ਕਤਲੇਆਮ ਦੇ। ਠੀਕ ਹੈ, ਇਹਲਾ ਪੁੱਤਰ ਕਹਿੰਦਾ ਕਿ ਜਨਮੇਜੇ ਨੇ ਸਹੁੰ ਖਾਦੀ ਆ ਕਿ ਮੈਂ ਨਾਗਾਂ ਦਾ ਖੁਰਾ ਖੋਚ ਮਿਟਾ ਦਵਾਂਗਾ। ਵਾਸੁਕੀ ਕਹਿੰਦਾ ਵਾ ਕਿ ਜਨਮੇਜੇ ਨਾਲ ਗੱਲ ਕਰਨ ਲਈ ਆਸਤਿਕ ਜਾਵੇਗਾ, ਜੋ ਕੌਣ ਹੈ? ਜਰਤਕਾਰੂ ਦਾ ਪੁੱਤਰ ਆ। ਆਰੀਆ ਰਿਸ਼ੀ ਜਰਤਕਾਰੂ ਦਾ ਪੁੱਤਰ ਆਸਤਿਕਾ। ਆਸਤਿਕ ਦੀ ਮਾਤਾ ਕੌਣ ਆ? ਨਾਗ ਕੰਨਿਆ ਵਾ। ਠੀਕ ਹੈ, ਆਸਤਿਕ ਦੂਤ ਬਣ ਕੇ ਜਾਂਦਾ ਵਾ ਆਰੀਆ ਲੋਕਾਂ ਵਿੱਚ। ਠੀਕ ਹੈ, ਪੰਜਵੇਂ ਦ੍ਰਿਸ਼ ਚ ਕੀ ਆ? ਕਹਿ ਰਿਹਾ ਕਿ ਨਾਗਾਂ ਦਾ ਕਤਲੇਆਮ ਹੋਈ ਜਾ ਰਿਹਾ ਵਾ, ਸਮਾਚਾਰ ਆਈ ਜਾਂਦੇ ਆ। ਠੀਕ ਹੈ, ਵਾਸੁਕੀ ਕਹਿੰਦਾ ਕਿ ਆਸਤਿਕ ਜਾਵੇਗਾ ਆਰੀਆ ਲੋਕਾਂ ਵਿੱਚ ਦੂਤ ਬਣ ਕੇ ਤੇ ਜਨਮੇਜੇ ਨੂੰ ਸਮਝਾਵੇਗਾ। ਛੇਵਾਂ ਦ੍ਰਿਸ਼। ਇਸ ਦ੍ਰਿਸ਼ ਵਿੱਚ ਕਸ਼ਿਜੇ ਤੇ ਜਨਮੇਜੇ ਦੀ ਵਾਰਤਾਲਾਪ ਹੁੰਦੀ ਹੈ। ਕਸ਼ਿਜੇ ਕਹਿ ਰਹੀ ਆ, ਕਿਸ ਦੇ ਹੱਥ ਵਿੱਚ ਹੈ ਵਾਂਗ ਮੇਰੇ ਸੁਆਮੀ, ਵਗ ਰਿਹਾ ਲਹੂ ਇੰਨਾ, ਭਿੱਜ ਗਿਆ ਸਭ ਕੁਝ ਲਹੂ ਵਿੱਚ। ਜਨਮੇਜੇ ਕੀ ਕਹਿ ਰਿਹਾ ਵਾ? ਤੈਨੂੰ ਤਾਂ ਹੋਣਾ ਚਾਹੀਦਾ ਖੁਸ਼, ਤੈਨੂੰ ਸਦਾ ਰਹੀ ਨਾਗਾਂ ਨਾਲ ਘਿਰਨਾ ਅਪਾਰ। ਠੀਕ ਹੈ, ਕਸ਼ਿਜੇ ਕਹਿੰਦੀ ਕਿ ਲਹੂ ਨਾਲ ਹੱਥ ਲਬੇੜੇ ਕੀ ਹੋ ਰਿਹਾ ਵਾ। ਜਨਮੇਜੇ ਕਹਿ ਰਿਹਾ ਕਿ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਵਾ ਕਿਉਂਕਿ ਤੈਨੂੰ ਨਾਗਾਂ ਨਾਲ ਨਫ਼ਰਤ ਸੀ, ਘਿਰਨਾ ਸੀ। ਠੀਕ ਹੈ, ਕਸ਼ਿਜੇ ਕੀ ਕਹਿ ਰਹੀ ਆ? ਹਾਂ, ਮੇਰਾ ਵੀ ਹਿੱਸਾ ਹੈ ਇਸ ਵਿੱਚ, ਕਰਦੀ ਸੀ ਮੈਂ ਮਾਤਾ ਨਾਲ ਈਰਖਾ, ਘਿਰਨਾ ਨਾਗਾਂ ਨਾਲ, ਪਰ ਯੁੱਧ ਘਿਰਨਾ ਦਾ ਸਿਖਰ ਜੋ, ਇਹ ਤਾਂ ਬਹੁਤ ਡਰਾਵਣਾ, ਭਿਉਣੇ ਲਹੂ ਵਿੱਚ ਹੱਥ, ਫਿਰ ਉਹਨਾਂ ਹੀ ਹੱਥਾਂ ਨਾਲ ਰੋਟੀ ਖਾਣੀ, ਇਸ ਨੂੰ ਬੰਦ ਕਰੋ ਸੁਆਮੀ, ਯੁੱਧ ਨਹੀਂ ਨਰਸੰਹਾਰ ਹੈ ਇਹ। ਠੀਕ ਹੈ, ਕਸ਼ਿਜੇ ਕਹਿ ਰਹੀ ਹੈ ਇਸ ਯੁੱਧ ਨੂੰ ਬੰਦ ਕਰ ਦੋ, ਇਹ ਨਰਸੰਹਾਰ ਆ। ਠੀਕ ਹੈ, ਕੀਰਤੀਮਾਨ ਵੀ ਇਹੀ ਕਹਿਣ ਡਿਆ ਵਾ ਕਿ ਇਸ ਯੁੱਧ ਨੂੰ ਬੰਦ ਕਰ ਦੋ, ਇਹ ਨਰਸੰਹਾਰ ਆ। ਜਨਮੇਜੇ ਕੀ ਕਹਿ ਰਿਹਾ ਵਾ? ਚੁੱਪ ਤ੍ਰੀਮਤ, ਪਰਤ ਜਾ ਆਪਣੇ ਕਕਸ਼ ਨੂੰ, ਕਕਸ਼ ਮੀਨਸ ਆਪਣੇ ਕਮਰੇ ਨੂੰ, ਤੇ ਭਲਕ ਦੀ ਕਰ ਉਡੀਕ, ਭਲਕੇ ਤੂੰ ਮੇਰੇ ਨਾਲ ਆਉਣਾ ਮਹਾਯੱਗ ਵਿੱਚ ਆਹੂਤੀ ਦੇਣ ਲਈ। ਜਨਮੇਜੇ ਕਹਿੰਦਾ ਕੱਲ ਆਹੂਤੀ ਦੇਣ ਲਈ ਤੂੰ ਆਉਣਾ ਵਾ, ਹੁਣ ਆਪਣੇ ਕਮਰੇ 'ਚ ਜਾ। ਪਰ ਕਸ਼ਿਜੇ ਨਹੀਂ ਮੰਨਦੀ। ਨਹੀਂ, ਮੈਂ ਨਹੀਂ ਆਵਾਂਗੀ, ਕੱਲ ਰਹਾਂਗੀ ਆਪਣੇ ਹੀ ਕਕਸ਼ ਵਿੱਚ ਇਕੱਲੀ ਤੇ ਵਿਲਕਦੀ। ਵਿਲਕੇ ਜਾਂ ਰੋਏ ਜਾਂ ਖੁਸ਼ੀ ਨਾਲ ਆਏ, ਕੱਲ ਤਾਂ ਤੈਨੂੰ ਆਉਣਾ ਹੀ ਪੈਣਾ। ਮਹਾਰਿਸ਼ੀ ਉਤੰਕ ਤੇ ਪ੍ਰੋਹਿਤ ਦਾ ਆਦੇਸ਼ ਹੈ ਇਹ, ਧਰਮ ਦੀ ਮੰਗ ਇਹ। ਕਸ਼ਿਜੇ ਕੀ ਕਹਿੰਦੀ ਆ? ਧਰਮ ਜਾਂ ਰਾਜਾ, ਕਿਸ ਦਾ ਹੈ ਆਦੇਸ਼ ਇਹ? ਜਨਮੇਜੇ ਕਹਿੰਦਾ ਵਾ ਦੋਹਾਂ ਦਾ, ਤੇ ਨਹੀਂ ਚਾਹੁੰਦਾ ਮੈਂ ਇਸ ਗੱਲ ਤੇ ਹੋਰ ਬਹਿਸ, ਭਲਕੇ ਤੂੰ ਆਮਣਾ ਹੀ ਆਮਣਾ, ਆਮਣਾ ਹੀ ਆਮਣਾ। ਕਸ਼ਿਜੇ ਕਹਿ ਰਹੀ ਆ, ਅਭਿਲਾਸ਼ਾ ਸੀ ਨੇੜੇ ਹੋਣ ਦੀ, ਹੋ ਗਏ ਹਾਂ ਦੂਰ, ਆ ਗਏ ਹੋਈਏ ਜਿਉ ਤਪਦੇ ਥਲ ਵਿੱਚ, ਤੇ ਭਲਕੇ ਕੀ ਕਰਾਂਗੀ ਮੈਂ, ਕੀ ਕਰਾਂ ਮੈਂ ਪ੍ਰਭੂ ਮੇਰੇ, ਕੀ ਕਰਾਂ ਮੈਂ, ਮੈਨੂੰ ਜਾਣਾ ਹੀ ਪੈਣਾ ਏ, ਉੱਥੇ ਜਾਣਾ ਹੀ ਪੈਣਾ ਏ। ਠੀਕ ਹੈ, ਕਸ਼ਿਜੇ ਕਹਿੰਦੀ ਆ ਇਹ ਜਿਹੜਾ ਨਰਸੰਹਾਰ ਕਰ ਰਹੇ ਹੋ, ਖੂਨ ਖਰਾਬਾ ਕਰ ਰਹੇ ਹੋ, ਇਹਨੂੰ ਬੰਦ ਕਰੋ। ਜਨਮੇਜੇ ਨਹੀਂ ਮੰਨਦਾ। ਜਨਮੇਜੇ ਕਹਿੰਦਾ ਹੈ ਕਿ ਕੱਲ ਤੂੰ ਯੱਗ ਵਿੱਚ ਆਹੂਤੀ ਦੇਣ ਆਉਣਾ ਵਾ। ਕਸ਼ਿਜੇ ਕਹਿੰਦੀ ਮੈਂ ਨਹੀਂ ਆਵਾਂਗੀ। ਠੀਕ ਹੈ, ਫਿਰ ਕਸ਼ਿਜੇ ਕਹਿੰਦੀ ਮੈਨੂੰ ਜਾਣਾ ਹੀ ਪੈਣਾ ਵਾ ਯੱਗ ਵਿੱਚ ਆਹੂਤੀ ਦੇਣ ਲਈ। ਹਾਂਜੀ, ਇਹ ਸੀ ਸਾਡਾ ਦ੍ਰਿਸ਼ ਛੇਵਾਂ। ਸਤਵੇਂ ਦ੍ਰਿਸ਼ ਚ ਕੀ ਹੁੰਦਾ ਵਾ? ਜੱਗ ਹੋ ਰਿਹਾ ਵਾ। ਜਨਮੇਜੇ ਕਸ਼ਿਜੇ ਨੂੰ ਆਪਣੀ ਪਤਨੀ ਨੂੰ ਆਹੂਤੀ ਦੇਣ ਲਈ ਕਹਿੰਦਾ ਵਾ। ਉਤੰਕ ਵੀ ਕਹਿੰਦਾ ਆਹੂਤੀ ਦੋ, ਪਰ ਕਸ਼ਿਜੇ ਨਹੀਂ ਮੰਨਦੀ। ਫਿਰ ਉਸ ਟਾਈਮ ਆਸਤਿਕ ਆ ਜਾਂਦਾ। ਵਾਸੁਕੀ ਨੇ ਆਸਤਿਕ ਨੂੰ ਭੇਜਿਆ ਵਾ ਦੂਤ ਦੇ ਰੂਪ ਵਿੱਚ ਸੁਲਾਹ ਕਰਨ ਲਈ, ਪਰ ਜਨਮੇਜੇ ਨਹੀਂ ਮੰਨਦਾ। ਠੀਕ ਹੈ, ਹਾਂਜੀ ਦੇਖੋ। ਪ੍ਰੋਹਿਤ ਕੀ ਕਹਿੰਦੇ ਵਾ? ਸਮਰਾਟ ਦੀ ਜੈ ਹੋਵੇ, ਮਹਾਰਾਜ ਹਵਨ ਦੇ ਸੰਪੂਰਨ ਹੋਣ ਦਾ ਸ਼ੁਭ ਮੁਹੂਰਤ ਆ ਗਿਆ, ਸਮਰਾਟ ਆਹੂਤੀ ਦੇਣ। ਪ੍ਰੋਹਿਤ ਕਹਿੰਦਾ ਕਿ ਆਹੂਤੀ ਦਿੱਤੀ ਜਾਵੇ। ਜਨਮੇਜੇ ਆਪਣੀ ਪਤਨੀ ਕਸ਼ਿਜੇ ਨੂੰ ਕਹਿੰਦਾ ਆਹੂਤੀ ਦੇਣ ਲਈ ਚੱਲ ਮੇਰੇ ਨਾਲ, ਪਰ ਕਸ਼ਿਜੇ ਨਹੀਂ ਮੰਨਦੀ। ਉਤੰਕ ਕਹਿੰਦਾ ਵਾ ਕਿ ਆਹੂਤੀ ਦਾ ਸਮਾਂ ਹੈ ਬੇਟੀ, ਆਹੂਤੀ ਦੇ। ਕਸ਼ਿਜੇ ਕਹਿ ਰਹੀ ਆ ਰਿਸ਼ੀਵਰ ਮੈਨੂੰ ਥੋੜਾ ਜਿਹਾ ਸੰਕੋਚ ਹੈ, ਮੈਂ ਨਾਰੀ ਹਾਂ, ਕੀ ਮੈਨੂੰ ਇਸ ਸਭ ਤੋਂ ਪਰੇ ਨਹੀਂ ਰੱਖਿਆ ਜਾ ਸਕਦਾ? ਉਤੰਕ ਕੀ ਕਹਿੰਦਾ ਵਾ? ਜਿਹੜਾ ਜਨਮੇਜੇ ਨੂੰ ਭੜਕਾਉਂਦਾ ਵਾ ਕਿ ਉਹ ਯੱਗ ਕਰੇ। ਕੀ ਕਹਿੰਦਾ ਵਾ ਉਤੰਕ? ਨਹੀਂ ਬੇਟੀ, ਇਹ ਆਹੂਤੀ ਤੁਸੀਂ ਨਾਰੀ ਵਜੋਂ ਨਹੀਂ ਸਾਡੀ ਪ੍ਰਜਾ ਦੀ ਮਾਂ ਵਜੋਂ ਦੇ ਰਹੇ ਹੋ। ਕਸ਼ਿਜੇ ਕੀ ਕਹਿ ਰਹੀ ਆ? ਪ੍ਰਜਾ ਦੀ ਮਾਂ ਵਜੋਂ? ਮੈਂ ਭਾਂਤ ਭਾਂਤ ਦੇ ਸਮਾਚਾਰ ਸੁਣਦੀ ਹਾਂ ਰਿਸ਼ੀਵਰ।
ਨਾਗਵਨਾਂ ਦਾ ਸੜਨਾ, ਨਾਗਾਂ ਨਾਗ ਤ੍ਰਿਮਤਾਂ, ਬੱਚਿਆਂ ਤੇ ਬੁੱਢਿਆਂ ਦਾ ਸਾੜੇ ਜਾਣਾ, ਉਹ ਵੀ ਤਾਂ ਪਰਜਾ ਨੇ, ਮੈਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ। ਠੀਕ ਹੈ, ਕਸ਼ਿਜੇ ਕਹਿ ਰਹੀ ਆ ਇਸ ਯੁੱਧ ਵਿੱਚ ਨਾਗ ਮਾਰ ਰਹੇ ਨੇ, ਨਾਗਾਂ ਦੀਆਂ ਔਰਤਾਂ ਮਾਰ ਰਹੀਆਂ ਵਾ, ਨਾਗਾਂ ਦੇ ਬੱਚੇ ਤੇ ਬੁੱਢੇ ਮਾਰ ਰਹੇ ਨੇ, ਇਹ ਚੰਗੀ ਗੱਲ ਨਹੀਂ ਹੈ, ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ। ਠੀਕ ਹੈ, ਕਸ਼ਿਜੇ ਰਿਸ਼ੀਵਰ ਨੂੰ ਕਹਿੰਦੀ ਆ ਕਿ ਅਸੀਂ ਕਿਸੇ ਕੁਲ ਦਾ ਵਿਨਾਸ਼ ਕਰਕੇ ਆਪਾਂ ਸੁਖ ਚੈਨ ਨਾਲ ਜੀ ਸਕਦੇ ਆ। ਜਨਮੇਜੇ ਕਹਿੰਦਾ ਕਿ ਇਹ ਕਿਹੋ ਜਿਹਾ ਸਵਾਲ ਆ। ਕਸ਼ਿਜੇ ਮਨਾ ਕਰ ਦਿੰਦੀ ਆ ਆਹੂਤੀ ਦੇਣ ਲਈ, ਕਹਿੰਦੀ ਮੈਂ ਭਾਗੀਦਾਰ ਨਹੀਂ ਬਣਾਂਗੀ। ਸੇਵਕ ਦੀ ਐਂਟਰੀ ਹੁੰਦੀ ਆ। ਸੇਵਕ ਕਹਿੰਦਾ ਹੈ ਕਿ ਆਸਤਿਕ ਆਇਆ ਵਾ ਨਾਗਲੋਕ ਤੋਂ। ਆਸਤਿਕ ਕੌਣ ਆ? ਆਸਤਿਕ ਦੀ ਮਾਤਾ ਜਿਹੜੀ ਨਾਗ ਕੰਨਿਆ ਸੀ ਤੇ ਪਿਤਾ ਆਰਿਆ ਰਿਸ਼ੀ ਸੀ। ਠੀਕ ਹੈ, ਪਰ ਇਹਦਾ ਪਾਲਣ ਪੋਸ਼ਣ ਕਿੱਥੇ ਹੋਇਆ ਵਾ? ਨਾਗਲੋਕਾਂ ਵਿੱਚ ਹੋਇਆ ਹੈ। ਤੇ ਇਹ ਨਾਗਲੋਕਾਂ ਵੱਲੋਂ ਦੂਤ ਬਣ ਕੇ ਆਂਦਾ ਵਾ ਜਨਮੇਜੇ ਨੂੰ ਸਮਝਾਉਣ ਲਈ ਕਿ ਉਹ ਯੱਗ ਨਾ ਕਰੇ। ਉਤੰਕ ਦੇ ਮੂੰਹ ਵਿੱਚੋਂ ਗਲ ਨਿਕਲ ਜਾਂਦੀ ਆ। ਦੇਖੋ, ਇਹ ਆਰਿਆ ਜਗਸ਼ਾਲਾ ਹੈ ਪੁੱਤਰ, ਪਵਿੱਤਰ ਅਸਥਾਨ, ਉਹਦੇ ਇੱਥੇ ਆਉਣ ਨਾਲ ਯੱਗ ਦੀ ਪਾਵਨਤਾ ਭੰਗ ਹੋਵੇਗੀ। ਆਸਤਿਕ ਨਾਗਾਂ ਦਾ ਦੂਤ ਹੈ, ਨਾਗ ਪੂਜਕ ਹੈ, ਨਾਗ ਕੰਨਿਆ ਦਾ ਪੁੱਤਰ। ਇਹ ਉਤੰਕ ਦੇ ਮੂੰਹ ਚੋਂ ਸਹਿ ਸੁਭਾਅ ਨਿਕਲ ਜਾਂਦਾ ਵਾ। ਠੀਕ ਹੈ, ਕਹਿੰਦਾ ਕਿ ਉਹ ਨਾਗ ਕੰਨਿਆ ਦਾ ਪੁੱਤਰ ਆ। ਜਨਮੇਜੇ ਫਿਰ ਕੀ ਕਹਿੰਦਾ ਉਸੇ ਟਾਈਮ? ਨਾਗ ਕੰਨਿਆ ਦਾ ਪੁੱਤਰ ਤਾਂ ਮੈਂ ਵੀ ਹਾਂ ਰਿਸ਼ੀਵਰ। ਉਤੰਕ ਕੀ ਕਹਿ ਰਿਹਾ ਫਿਰ? ਪਰ ਤੁਸੀਂ ਸਾਡੇ ਸਮਰਾਟ ਪਰਿਕਰਸ਼ਦ ਦੀ ਸੰਤਾਨ ਹੋ ਪੁੱਤਰ, ਤੇ ਕਸ਼ਤਰੀ ਸਮਰਾਟ ਦੀ ਸੰਤਾਨ ਸਮਰਾਟ ਦੇ ਨਾਮ ਤੋਂ ਹੀ ਜਾਣੀ ਜਾਂਦੀ ਹੈ। ਮਹਾਮੰਤਰੀ ਕਹਿੰਦੇ ਆ ਕਿ ਤੁਸੀਂ ਦੂਤ ਦੀ ਗੱਲ ਸੁਣ ਲਓ। ਉਤੰਕ ਮਨਾ ਕਰਦਾ ਵਾ ਜਨਮੇਜੇ ਨੂੰ ਕਿ ਤੂੰ ਨਾ ਸੁਣ। ਜਨਮੇਜੇ ਕੀ ਕਹਿ ਰਿਹਾ ਵਾ ਕਿ ਠੀਕ ਇਹ ਤੇ ਕੀ ਨਹੀਂ, ਮੈਂ ਰਾਜਮਾਤਾ ਨੂੰ ਇੱਥੇ ਆਉਣ ਤੋਂ ਰੋਕ ਨਹੀਂ ਸਕਦਾ, ਤੇ ਆਸਤਿਕ ਦੂਤ ਆਸਤਿਕ ਨੂੰ ਅੰਦਰ ਆਉਣ ਦੀ ਆਗਿਆ ਹੈ। ਜਨਮੇਜੇ ਦੂਤ ਆਸਤਿਕ ਨੂੰ ਅੰਦਰ ਬੁਲਾਉਂਦਾ ਵਾ। ਆਸਤਿਕ ਕੀ ਕਹਿ ਰਿਹਾ ਵਾ? ਦੂਤ ਸ਼ਾਂਤੀ ਦਾ ਸੁਨੇਹਾ ਲੈ ਕੇ ਆਇਆ ਹੈ ਮਹਾਰਾਜ। ਆਸਤਿਕ ਕਹਿੰਦਾ ਵਾ ਕਿ ਮੈਂ ਸ਼ਾਂਤੀ ਦਾ ਸੁਨੇਹਾ ਲੈ ਕੇ ਆਇਆ ਵਾਂ, ਸ਼ਾਂਤੀ ਕੀਤੀ ਜਾਵੇ, ਸੁਲਾਹ ਕਰ ਲਈ ਜਾਵੇ। ਉਤੰਕ ਕੀ ਕਹਿ ਰਿਹਾ ਵਾ? ਉਹਨਾਂ ਨੇ ਮਿੱਤਰਤਾ ਚਾਹੀ। ਕਿੰਨਾ ਨੇ? ਰਾਜਾ ਪਰਿਕਰਸ਼ਿਤ ਨੇ, ਜਨਮੇਜੇ ਨੇ ਪਿਤਾ ਨੇ ਮਿੱਤਰਤਾ ਚਾਹੀ, ਪਰ ਨਾਗ ਜਾਤੀ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਨਿਰਣਾ ਕੀਤਾ ਤੇ ਫਿਰ ਇਸ ਨਿਰਣੇ ਤੇ ਅਮਲ ਕੀਤਾ। ਠੀਕ ਹੈ, ਆਸਤਿਕ ਕੀ ਕਹਿੰਦਾ ਵਾ? ਇਹ ਗਲਤ ਹੈ, ਸਰਾਸਰ ਗਲਤ। ਇਹ ਨਿਰਣਾ ਨਾਗ ਜਾਤੀ ਨੇ ਨਹੀਂ ਕੀਤਾ। ਮਹਾਰਾਜਾ ਪਰਿਕਰਸ਼ਿਤ ਨੇ ਮਹਾਰਾਣੀ ਨਿਮਲ ਨੂੰ ਨਾਗ ਵਡੇਰਿਆਂ ਦੀ ਆਗਿਆ ਤੋਂ ਬਿਨਾਂ ਪਰਨਾਇਆ, ਮੀਨਸ ਕਿ ਅਪਣਾਇਆ, ਵਿਆਹਿਆ। ਠੀਕ ਹੈ, ਨਾਗ ਪਰੰਪਰਾ ਦੇ ਉਲਟ ਇਹ ਨਾਗ ਜਾਤੀ ਲਈ ਅਪਮਾਨ ਵਾਲੀ ਗੱਲ ਸੀ। ਵਡੇਰੇ ਵਾਸੁਕੀ ਤੇ ਹੋਰ ਨਾਗਵੀਰਾਂ ਦੀ ਸਭਾ ਨੇ ਯੁੱਧ ਨਾ ਕਰਨ ਦਾ ਨਿਰਣਾ ਕੀਤਾ। ਮਹਾਰਾਜ ਪਰਿਕਰਸ਼ਿਤ ਤੇ ਮਹਾਰਾਣੀ ਨਿਮਲ ਦੇ ਵਿਆਹ ਸਵੀਕਾਰ ਕਰਨ ਦਾ ਇਹ ਅਸਿੱਧਾ ਢੰਗ ਸੀ। ਰਾਜਕੀ ਢੰਗ ਮਹਾਰਾਜ ਪਰਿਕਰਸ਼ਿਤ ਵੱਲੋਂ ਸ਼ੁਰੂ ਕੀਤੀ ਗਈ ਸ਼ਾਂਤੀ ਯਾਤਰਾ ਦਾ ਮੂਕ ਸਵਾਗਤ। ਉਤੰਕ ਕੀ ਕਹਿ ਰਿਹਾ ਵਾ? ਉਹ ਮੂਕ ਸਵਾਗਤ ਹੋਇਆ ਸਾਡੇ ਸਮਰਾਟ ਦੇ ਵੱਧ ਦੇ ਨਾਲ, ਸਾਡੇ ਸਮਰਾਟ ਦੀ ਮੌਤ ਦੇ ਨਾਲ। ਆਸਤੀ ਕਹਿ ਰਿਹਾ ਵਾ ਉਹ ਵੀਰ ਤਕਸ਼ਕ ਦਾ ਨਿੱਜੀ ਨਿਰਣਾ ਸੀ ਰਿਸ਼ੀਵਰ। ਆਸਤੀ ਕਹਿੰਦਾ ਵਾ ਕਿ ਤਕਸ਼ਕ ਨੇ ਮਾਰਿਆ ਸੀ ਰਾਜਾ ਪਰਿਕਰਸ਼ਿਤ ਨੂੰ, ਪਰ ਉਹਦਾ ਨਿੱਜੀ ਨਿਰਣਾ ਸੀ, ਇਹ ਨਾਗ ਸਭਾ ਦਾ ਨਿਰਣਾ ਨਹੀਂ ਸੀ, ਕਿਉਂਕਿ ਤਕਸ਼ਕ ਦੇ ਵੀ ਮਾਂ ਪਿਓ ਤੇ ਪਤਨੀ ਤੇ ਬੱਚੇ ਯੁੱਧ ਵਿੱਚ ਮਾਰੇ ਗਏ ਸੀ। ਉਹ ਇਸ ਦਾ ਬਦਲਾ ਲੈ ਰਿਹਾ ਸੀ। ਨਾਗਾਂ ਦੀ ਸਭਾ ਦਾ ਇਹ ਫੈਸਲਾ ਨਹੀਂ ਸੀ ਕਿ ਰਾਜਾ ਪਰਿਕਰਸ਼ਿਤ ਨੂੰ ਮਾਰ ਦਿੱਤਾ ਜਾਵੇ। ਫਿਰ ਉਤੰਕ ਦੱਸਦਾ ਵਾ ਕਿ ਨਾਗਾਂ ਨੇ ਕਾਲੀ ਨਾਗ ਤੇ ਭੂਰੀ ਨਾਗ ਨੂੰ ਮਹਾਰਾਜ ਦੀ ਹੱਤਿਆ ਲਈ ਭੇਜਿਆ ਸੀ। ਆਸਤੀ ਕਹਿੰਦਾ ਵਾ ਕਿ ਇਹ ਗਲਤ ਆ, ਰਾਜਾ ਵਾਸੁਕੀ ਨੇ ਇਹਨਾਂ ਨੂੰ ਨਹੀਂ ਭੇਜਿਆ ਸੀ ਰਾਜੇ ਨੂੰ ਮਾਰਨ ਲਈ, ਇਹ ਖੁਦ ਆਏ ਸਨ। ਜਨਮੇਜੇ ਕਹਿ ਰਿਹਾ ਵਾ ਤਰਕ ਵੀ ਤਰਕ ਦਾ ਵੇਲਾ ਲੰਘ ਚੁੱਕਾ ਹੈ, ਹੁਣ ਕੁਛ ਨਹੀਂ ਹੋ ਸਕਦਾ, ਹੁਣ ਸਿਰਫ ਅਗਨੀਕੁੰਡ ਭਖੇਗਾ। ਉਤੰਕ ਰਿਸ਼ੀ ਜੋ ਆ ਉਹ ਜਨਮੇਜੇ ਨੂੰ ਭੜਕਾ ਰਿਹਾ ਵਾ ਕਿ ਉਹ ਯੁੱਧ ਕਰੇ। ਨਿਮਲ ਕੀ ਕਹਿ ਰਹੀ ਆ? ਮਹਾਰਿਸ਼ੀ, ਏਦਾਂ ਦੀਆਂ ਗੱਲਾਂ ਕਰਕੇ ਤੁਸੀਂ ਮੇਰੇ ਪੁੱਤਰ ਨੂੰ ਵੀ ਕੁਰਾਹੇ ਪਾ ਰਹੇ ਹੋ ਤੇ ਸਾਰੇ ਲੋਕਾਂ ਨੂੰ ਵੀ। ਤੁਸੀਂ ਸਮਰਾਟ ਨੂੰ ਉਸ ਰਸਤੇ ਤੋਂ ਭਟਕਾ ਦਿੱਤਾ ਜਿਹੜਾ ਮੇਰੇ ਪਤੀ ਨੇ ਚੁਣਿਆ ਸੀ। ਠੀਕ ਹੈ, ਜਨਮੇਜੇ ਕਹਿੰਦਾ ਵਾ ਮੇਰੀ ਵੀ ਇਹੋ ਬੇਨਤੀ ਹੈ ਕਿ ਤੁਸੀਂ ਯੱਗ ਦੇ ਕੰਮ ਵਿੱਚ ਦਖਲ ਨਾ ਦਿਓ। ਇਹ ਅਗਨੀਕੁੰਡ ਆਰਿਆ ਰਾਜ ਨੂੰ ਬਚਾਉਣ ਤੇ ਮਹਾਨ ਬਣਾਉਣ ਲਈ ਜਲਾਇਆ ਗਿਆ। ਠੀਕ ਹੈ, ਨਿਮਰ ਕਹਿ ਰਹੀ ਆ ਇਸ ਦਾ ਅਰਥ ਤਾਂ ਇਹ ਹੈ ਕਿ ਮੈਂ ਤੇ ਤੇਰੇ ਪਿਤਾ ਗਲਤ ਸਾਂ, ਤੁਹਾਡੇ ਨਿਰਣੇ ਤੁਹਾਡੇ ਸਨ, ਮੇਰਾ ਨਿਰਣਾ ਮੇਰਾ ਹੈ। ਜਨਮੇਜੇ ਕਹਿੰਦੇ ਵਾ ਕਿ ਮੈਂ ਜੱਗ ਕਰਾਂਗਾ, ਇਹ ਮੇਰਾ ਨਿਰਣਾ ਮੇਰਾ ਵਾ। ਨਿਮਲ ਕਹਿ ਰਹੀ ਆ ਤੂੰ ਕਦੇ, ਇਹ ਮੋਸਟ ਇੰਪੋਰਟੈਂਟ ਤੁਹਾਡਾ ਪੁਆਇੰਟ ਹੈ, ਤੁਸੀਂ ਪੇਪਰ 'ਚ ਲਿਖ ਸਕਦੇ ਹੋ। ਨਿਮਲ ਕੀ ਕਹਿ ਰਹੀ ਆ? ਤੂੰ ਕਦੇ ਮੇਰੇ ਨਿਰਣੇ ਬਾਰੇ ਸੋਚਿਆ ਏ? ਕਿਸ ਤਰ੍ਹਾਂ ਮੈਂ ਆਪਣੇ ਮਾਂ-ਬਾਪ, ਸਖੀਆਂ, ਸਹੇਲੀਆਂ, ਰਿਸ਼ਤੇਦਾਰਾਂ ਤੋਂ ਵਿਛੜੀ, ਅਲੜ ਉਮਰ ਵਿੱਚ ਬਿਰਧ ਪਾਂਡੂ ਨਾਲ ਇਸ ਲਈ ਵਿਆਹ ਕਰਾਇਆ ਕਿ ਮੇਰੇ ਲੋਕਾਂ ਦਾ ਬਚਾਅ ਹੋ ਸਕੇ, ਨਾ ਹੀ ਨਾਗ ਲੋਕ ਮਰਨ ਤੇ ਨਾ ਹੀ ਆਰੀਆ। ਤੇ ਫਿਰ ਸਮਰਾਟ ਪਰਿਕਰਸ਼ਿਤ ਵੀ ਨਾ ਰਹੇ, ਮਤਲਬ ਕਿ ਪਰਿਕਰਸ਼ਿਤ ਵੀ ਮਰ ਗਿਆ ਵਾ
ਕੀ ਤੂੰ ਉਸ ਅਗਨੀ ਕੁੰਡ ਬਾਰੇ ਸੋਚਿਆ ਹੈ ਜਿਸ ਵਿੱਚ ਮੈਂ ਤੇਰੀ ਮਾਂ ਸਾਰੀ ਉਮਰ ਧੁਖਦੀ ਰਹੀ ਹਾਂ, ਇਕੱਲੀ, ਆਪਣੇ ਲੋਕਾਂ ਤੋਂ ਦੂਰ, ਪਰ ਜਵਾਨੀ ਦੀ ਉਮਰੇ। ਮੈਂ ਉਸ ਅਗਨੀ ਕੁੰਡ ਵਿੱਚ ਇਸ ਲਈ ਧੁਖਦੀ ਰਹੀ ਕਿ ਤੂੰ ਜਵਾਨ ਹੋ ਕੇ ਸਮਰਾਟ ਬਣੇ ਤੇ ਆਪਣੇ ਪਿਤਾ ਦੀ ਦੱਸੀ ਰਾਹ ਤੇ ਚੱਲੇ। ਠੀਕ ਹੈ, ਇਹ ਤੁਸੀਂ ਲਾਈਨਾਂ ਨੋਟ ਕਰ ਲਿਓ ਆਪਣੇ ਟੌਪਿਕ ਦੇ ਵਿੱਚ, ਆਪਣੇ ਵਿਸ਼ੇ ਵਸਤੂ ਦੇ ਵਿੱਚ। ਜਨਮੇਜੇ ਕਹਿ ਰਿਹਾ ਵਾ, ਉਹ ਅਗਨੀ ਕੁੰਡ ਤੁਹਾਡਾ ਨਿੱਜੀ ਅਗਨੀ ਕੁੰਡ ਸੀ ਮਾਂ, ਮੈਂ ਉਸ ਦੁੱਖ ਨੂੰ ਜਾਣਦਾ, ਉਹ ਭਾਵੀ ਦਾ ਖੇਲ ਸੀ, ਪਰ ਇਹ ਅਗਨੀ ਕੁੰਡ ਆਰੀਆ ਲੋਕਾਂ ਦੀ ਮਹਾਨਤਾ ਲਈ ਜਲਾਇਆ ਗਿਆ ਹੈ। ਠੀਕ ਹੈ, ਜਨਮੇਜੇ ਆਪਣੀ ਪਤਨੀ ਕਸ਼ੀਜੇ ਨੂੰ ਕਹਿ ਰਿਹਾ ਕਿ ਤੂੰ ਮੇਰਾ ਸਾਥ ਦੇ, ਅਗਨੀ ਕੁੰਡ ਵਿੱਚ ਆਹੂਤੀ ਦੇ, ਪਰ ਕਸ਼ੀਜੇ ਨਹੀਂ ਮੰਨਦੀ। ਕਸ਼ੀਜੇ ਕਹਿੰਦੀ ਆ ਇਹ ਪੁੰਨ ਦੀ ਰਾਹ ਨਹੀਂ ਆ, ਇਹ ਪਾਪ ਆ, ਕੱਲ ਨੂੰ ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਕੀ ਕਹਾਂਗੀ। ਮੈਂ ਉਸ ਅਗਨੀ ਕੁੰਡ ਵਿੱਚ ਆਹੂਤੀ ਦਿੱਤੀ ਜਿਹਦੇ ਵਿੱਚ ਲੱਖਾਂ ਲੋਕਾਂ ਦੇ ਬੱਚੇ ਮਾਰੇ ਗਏ। ਠੀਕ ਹੈ, ਆ ਵੇਖੋ ਕਸ਼ੀਜੇ ਕੀ ਕਹਿ ਰਹੀ ਆ, ਜੇ ਇਹ ਰਾਹ ਪੁੰਨ ਦੀ ਰਾਹ ਹੁੰਦੀ ਮਹਾਰਿਸ਼ੀ ਤਾਂ ਮੈਂ ਹੱਸ ਕੇ ਸਮਰਾਟ ਦਾ ਸਾਥ ਦਿੰਦੀ। ਮੈਂ ਸੋਚਦੀ ਆ ਭਲਕੇ ਆਪਣੀ ਕੁੱਖ ਵਿੱਚ ਆਉਣ ਵਾਲੇ ਬਾਲ ਨੂੰ ਕੀ ਕਹਾਂਗੀ ਉਸ ਮਾਸੂਮ ਨੂੰ। ਮੈਂ ਉਸ ਜੱਗ ਵਿੱਚ ਹਿੱਸਾ ਲਿਆ ਜਿਸ ਵਿੱਚ 1000 ਬੱਚਿਆਂ ਦੀ ਮੌਤ ਹੋ ਗਈ। ਮੇਰੀ ਸਮਰਾਟ ਅੱਗੇ ਬੇਨਤੀ ਹੈ, ਸਮਰਾਟ ਆਪਣੀ ਆਤਮਾ ਵਿੱਚ ਝਾਕ ਕੇ ਦੇਖਣ। ਠੀਕ ਹੈ, ਇਹ ਕਹਿੰਦੀ ਹੈ ਕਸ਼ੀਜ। ਆਸਤੀ ਕੀ ਕਹਿ ਰਿਹਾ ਵਾ, ਨਾਗ ਲੋਕ ਸਮਰਾਟ ਪਰਿਕਰਸ਼ ਦੇ ਦੇਣਦਾਰ ਨੇ। ਜਨਮੇਜੇ ਕਹਿੰਦਾ ਕਿ ਮੈਂ ਇਹ ਸਭ ਕੁਝ ਨਹੀਂ ਭੁੱਲ ਸਕਦਾ। ਨਿਮਲ ਕਹਿੰਦੀ ਆ ਕਿ ਮਨੁੱਖ ਭੁੱਲ ਕੇ ਹੀ ਜਿਉਂਦਾ ਹੈ। ਜਨਮੇਜੇ ਕਹਿ ਰਿਹਾ ਵਾ, ਇਤਿਹਾਸ ਦਾ ਨਿਚੋੜ ਇਹ ਹੈ ਕਿ ਪਾਂਡੂਆਂ ਦੀ ਕੁੱਲ ਤੇ ਨਗ ਕੁੱਲ ਵੈਰੀ ਹਨ। ਨਿਮਲ ਕਹਿ ਰਹੀ ਆ, ਵਾਹ ਪੁੱਤਰ, ਅਜੀਬ ਗੱਲ ਕਹੀ ਏ ਤੂੰ, ਪਿੱਤਰ ਰਤ ਮਾਤਰ ਰਤ ਤੋਂ ਜ਼ਿਆਦਾ ਖੋਲਦੀ ਏ, ਜ਼ਿਆਦਾ ਪੁਕਾਰਦੀ ਏ। ਜਨਮੇਜੇ ਕਹਿ ਰਿਹਾ ਵਾ, ਇਹ ਪ੍ਰਸ਼ਨ ਨਾ ਪੁੱਛ ਮਾਤਾ, ਇਹ ਪ੍ਰਸ਼ਨ ਨਾ ਪੁੱਛ, ਇਹ ਨਿਰਣਾ ਹੋ ਚੁੱਕੇ, ਅਗਨੀ ਕੁੰਡ ਜਲ ਰਹੇ, ਜੱਗ ਆਪਣੀ ਪੂਰਤੀ ਮੰਗਦੇ। ਆਓ ਕਸ਼ਿਜ। ਜਨਮੇਜੇ ਕਸ਼ਿਜੇ ਨੂੰ ਘਸੀਟਦਾ ਹੋਇਆ ਅਗਨੀ ਕੁੰਡ ਤੱਕ ਲੈ ਜਾਂਦਾ ਵਾ। ਕਸ਼ਿਜੇ ਕਹਿੰਦੀ ਹੈ, ਨਹੀਂ ਆ ਰਿਹਾ ਪੁੱਤਰ, ਇਦਾਂ ਨਾ ਕਰੋ। ਜਨਮੇਜੇ ਕੀ ਕਹਿ ਰਿਹਾ ਵਾ, ਹਾਂ ਬੋਲ ਕਸ਼ਿਜੇ, ਹਾਂ, ਜੱਗ ਸੰਪੂਰਨਤਾ ਦੀ ਮੰਗ ਕਰਦਾ ਹੈ ਆਰੀਆ ਪੁੱਤਰੀ, ਆਹੂਤੀ ਦਿਓ ਮੇਰੀ ਪ੍ਰਿਯ ਆਹੂਤੀ। ਹਾਂ ਇਸ ਤਰ੍ਹਾਂ ਜੱਗ ਸੰਪੂਰਨ ਹੋਵੇ ਰਿਸ਼ੀਵਰ। ਪਵਿੱਤਰ ਸ਼ਲੋਕ ਪੜੋ ਤੇ ਉਦੋਂ ਤੱਕ ਪੜ੍ਹਦੇ ਰਹੋ ਜਦੋਂ ਤੱਕ ਯੁੱਧ ਜਾਰੀ ਹੈ। ਇਹ ਅਗਨੀ ਜਲਦੀ ਰਹੇ, ਇਹ ਲਾਟਾਂ ਮੱਚਦੀਆਂ ਰਹਿਣ, ਹਾਂ ਮੱਚਦੀਆਂ ਰਹਿਣ, ਜਦ ਤੱਕ ਸਭ ਨਾਗ ਧਰਤੀਆਂ ਆਰੀਆ ਧਰਤੀਆਂ ਨਹੀਂ ਬਣ ਜਾਂਦੀਆਂ। ਸਭ ਨਾਗ ਧਰਮੀ ਆਰੀਆ ਧਰਮੀ ਨਹੀਂ ਬਣ ਜਾਂਦੇ। ਆਸਤੀ ਕਹਿ ਰਿਹਾ ਵਾ, ਇਹ ਲੋਕਾਂ ਦਾ ਕਹਾਣ ਆ, ਨਾਗ ਲੋਕਾਂ ਦਾ ਕਹਾਣ ਆ, ਇਹ ਨਰਸੰਹਾਰ ਆ। ਜਨਮੇਜੇ ਦੇਖੋ ਕੀ ਕਹਿ ਰਿਹਾ ਵਾ, ਇਹ ਤੁਸੀਂ ਪੇਪਰ 'ਚ ਵੀ ਲਿਖ ਸਕਦੇ ਹੋ, ਇਹ ਵੀ ਇੰਪੋਰਟੈਂਟ ਲਾਈਨ ਆ। ਇੱਕ ਨਿਮਲ ਦੀਆਂ ਲਾਈਨਾਂ ਜੋ ਕਹਿ ਰਹੀ ਆ, ਆਵਲੀਆਂ ਲਾਈਨਾਂ ਨਿਮਲ ਦੀਆਂ ਜੋ ਕਹਿ ਰਹੀ ਆ, ਤੇ ਇੱਕ ਆਵਲੀਆਂ ਮੋਸਟ ਇੰਪੋਰਟੈਂਟ ਆ। ਜਨਮੇਜੇ ਕਹਿ ਰਿਹਾ ਵਾ, ਇਹ ਨਰਸੰਹਾਰ ਨਹੀਂ ਹੈ ਆਸਤਿਕ, ਇਹ ਧਰਮ ਯੁੱਧ ਹੈ, ਧਰਮ ਯੁੱਧ। ਤੇ ਇਹ ਅਗਨੀ ਕੁੰਡ ਧਰਮ ਦਾ ਅਗਨੀ ਕੁੰਡ ਹੈ, ਧਰਮ ਦਾ ਅਗਨੀ ਕੁੰਡ ਤੇ ਧਰਮ ਤੋਂ ਉਪਜੇ ਮਹਾਨ ਕਰਮਾਂ ਦਾ ਅਗਨੀ ਕੁੰਡ। ਰਾਜਿਆਂ ਨੂੰ ਇਹ ਅਗਨੀ ਕੁੰਡ ਜਲਾਉਣਾ ਹੀ ਪੈਂਦਾ ਏ। ਇਹ ਅਗਨੀ ਕੁੰਡ ਬਾਹਰ ਵੀ ਜਲ ਰਿਹਾ ਹੈ ਤੇ ਮੇਰੇ ਅੰਦਰ ਵੀ ਤੇ ਸਾਡੇ ਸਾਰਿਆਂ ਦੇ ਅੰਦਰ ਵੀ, ਤੇ ਇਸ ਨੂੰ ਕੋਈ ਨਹੀਂ ਬੁਝਾ ਸਕਦਾ। ਕੋਈ ਨਾਗ ਪੁੱਤਰ, ਕੋਈ ਆਰੀਆ, ਕੋਈ ਰਿਸ਼ੀ ਮਹਾਤਮ, ਕੋਈ ਨਹੀਂ, ਕੋਈ ਪਤਨੀ, ਕੋਈ ਮਾਂ, ਕੋਈ ਲਿਲਕੜੀ, ਕੋਈ ਬੇਨਤੀ ਇਸ ਅਗਨੀ ਕੁੰਡ ਨੂੰ ਨਹੀਂ ਬੁਝਾ ਸਕਦੀ। ਇਹ ਅਗਨੀ ਕੁੰਡ ਹਮੇਸ਼ਾ ਜਲਦਾ ਰਹੇਗਾ, ਕਦੀ ਇੱਥੇ ਤੇ ਕਦੀ ਉੱਥੇ। ਤੁਸੀਂ ਕਹਿੰਦੇ ਹੋ ਮੈਂ ਇਸ ਅਗਨੀ ਕੁੰਡ ਨੂੰ ਬੁਝਾ ਦਿਆਂ, ਇਸ ਅਗਨੀ ਕੁੰਡ ਵਿੱਚ ਸਾਡੇ ਵੈਰੀ ਹੀ ਨਹੀਂ ਜਲ ਰਹੇ, ਇਸ ਅਗਨੀ ਕੁੰਡ ਵਿੱਚ ਆਰੀਆ ਯੋਧਿਆਂ ਦੀ ਰੱਤ ਜਲ ਰਹੀ ਏ ਤੇ ਕੀਰਤੀਮਾਨ ਜਿਹੇ ਮਿੱਤਰਾਂ ਦੀ ਸਿਮਰਤੀ ਰਲ ਰਹੀ ਹੈ। ਮੇਰੀ ਮਾਂ ਦਾ ਪ੍ਰੇਮ ਜਲ ਰਿਹਾ ਏ ਇਸ ਅਗਨੀ ਕੁੰਡ ਵਿੱਚ, ਪਟਰਾਣੀ ਦੇ ਹੰਝੂ ਜਲ ਰਹੇ ਨੇ, ਪਾਂਡੂ ਸਮਰਾਟ ਦਾ ਦਿਲ ਜਲ ਰਿਹਾ ਏ ਇਹਦੇ ਵਿੱਚ। ਜੇ ਮੈਂ ਇਹ ਅਗਨੀ ਕੁੰਡ ਬੁਝਾ ਦਿੱਤਾ ਤਾਂ ਮੇਰੇ ਅੰਦਰ ਮੇਰਾ ਬਚੇਗਾ ਕੀ? ਇਹ ਅਗਨੀ ਕੁੰਡ ਜਲਦਾ ਏ ਤਾਂ ਮੈਂ ਹੀ ਅਗਨੀ ਕੁੰਡ ਹਾਂ ਆਸਤਿਕ, ਮੈਂ ਹੀ ਅਗਨੀ ਕੁੰਡ ਹਾਂ, ਮੈਂ ਜਲਦਾ ਰਵਾਂਗਾ, ਮੈਨੂੰ ਜਲਣਾ ਪੈਣਾ ਏ, ਮੈਂ ਹੀ ਅਗਨੀ ਕੁੰਡ ਹਾਂ। ਠੀਕ ਹੈ, ਇਹ ਕਹਿ ਰਿਹਾ ਵਾ ਜਨਮੇਜੇ ਨੇ ਇਹਦੇ ਵਿੱਚ ਸਾਰਿਆਂ ਦੀਆਂ ਭਾਵਨਾਵਾਂ ਦੱਸਤੀਆਂ ਵਾ। ਠੀਕ ਹੈ, ਕੀ ਕਹਿ ਰਿਹਾ ਵਾ, ਜਿਹਦੇ ਵਿੱਚ ਕੀਰਤੀਮਾਨ ਦੀ ਆਹੂਤੀ ਦਿੱਤੀ ਗਈ ਆ, ਉਹਦੀ ਮਾਂ ਦਾ ਪ੍ਰੇਮ ਜਲ ਰਿਹਾ ਵਾ, ਪਟਰਾਣੀ ਦੇ ਹੰਝੂ ਜਲ ਰਹੇ ਨੇ। ਠੀਕ ਹੈ, ਸਾਰਾ ਕੁਝ ਹੀ ਦੱਸਦਾ ਉਹਨੇ ਇਹਦੇ ਵਿੱਚ। ਇਹ ਸੀ ਸਾਡਾ 7ਵਾਂ ਦ੍ਰਿਸ਼, ਜਿਸ ਵਿੱਚ ਆਸਤਿਕ ਆ ਰਿਹਾ ਵਾ ਸੁਲ੍ਹਾ ਕਰਨ ਲਈ, ਪਰ ਜਨਮੇਜੇ ਨਹੀਂ ਮੰਨਦਾ। ਉਹ ਕਹਿ ਰਿਹਾ ਵਾ ਕਿ ਇਹ ਅਗਨੀ ਕੁੰਡ ਨਹੀਂ ਬੁੱਝੇਗਾ, ਇਹ ਯੁੱਧ ਚਾਲੂ ਹੀ ਰਹੇਗਾ, ਇਹ ਸਾਰਿਆਂ ਦੇ ਅੰਦਰ ਆ ਅਗਨੀ ਕੁੰਡ, ਮੇਰੇ ਅੰਦਰ ਵੀ ਆ, ਮੇਰੇ ਬਾਹਰ ਵੀ ਆ, ਤੇ ਤੁਹਾਡੇ ਅੰਦਰ ਵੀ ਜਲ ਰਿਹਾ ਵਾ ਅਗਨੀ ਕੁੰਡ। ਠੀਕ ਹੈ, ਹਾਂਜੀ,
ਇਹ ਸੀ ਸਾਡੇ ਅੰਕ 6ਵੇਂ ਦੇ 7 ਦ੍ਰਿਸ਼। 7 ਦ੍ਰਿਸ਼ਾਂ ਤੋਂ ਬਾਅਦ ਆਖੀਰ ਤੇ ਉਪਸਹਾਰ 1 ਦਿੱਤਾ ਹੋਇਆ ਵਾ ਤੇ ਉਪਸਹਾਰ 2 ਦਿੱਤੇ ਗਏ ਨੇ। ਠੀਕ ਹੈ, ਉਪਸਹਾਰ 1 ਵਿੱਚ ਕੀ ਆ, ਜਿਹੜਾ ਆਸਤਿਕ ਆ ਉਹ ਵਾਪਸ ਜਾ ਰਿਹਾ ਵਾ ਨਾਗਲੋਕ ਨੂੰ, ਕਿਉਂਕਿ ਜਨਮੇਜੇ ਨੇ ਉਹਦੀ ਗੱਲ ਨਹੀਂ ਮੰਨੀ ਤੇ ਉਹ ਆਪਣੇ ਆਪ ਸੋਚ ਰਿਹਾ ਵਾ, ਗੱਲਾਂ ਕਰ ਰਿਹਾ ਵਾ ਕਿ ਹੁਣ ਅਸੀਂ ਵੀ ਅਗਨੀਕੁੰਡ ਪਖਾਵਾਂਗੇ, ਅਸੀਂ ਵੀ ਬਦਲਾ ਲਵਾਂਗੇ, ਅਸੀਂ ਇਸ ਅਗਨੀਕੁੰਡ 'ਚ ਆਪਣੇ ਡਰ ਦੀ ਆਹੂਤੀ ਦੇਵਾਂਗੇ, ਅਸੀਂ ਕਿਸੇ ਤੋਂ ਪਿੱਛੇ ਨਹੀਂ ਹਟਾਂਗੇ। ਠੀਕ ਹੈ, ਆਖੋ ਤੁਹਾਡੇ ਅਗਨੀਕੁੰਡ ਦੇ ਵਿਰੁੱਧ ਅਸੀਂ ਆਪਣਾ ਅਗਨੀਕੁੰਡ ਧੁਖਾਵਾਂਗੇ, ਸਾਡਾ ਅਗਨੀਕੁੰਡ ਧੁਖੇਗਾ, ਅਸੀਂ ਵੀ ਆਹੂਤੀ ਦੇਵਾਂਗੇ, ਆਹੂਤੀ ਆਪਣੇ ਡਰ ਤੇ ਭੈ ਦੀ। ਸਾਡੇ ਲੋਕ ਵੀ ਯੋਧੇ ਨੇ ਤੇ ਉਹ ਯੋਧੇ ਬਣਨਗੇ। ਠੀਕ ਹੈ, ਇਹ ਕੌਣ ਕਹਿ ਰਿਹਾ ਵਾ? ਆਸਤਿਕ ਕਹਿ ਰਿਹਾ ਵਾ, ਜਿਹੜਾ ਦੂਤ ਬਣ ਕੇ ਉਧਰ ਗਿਆ ਸੀ। ਅਸੀਂ ਜਲਾਵਾਂਗੇ ਆਪਣਾ ਅਗਨੀਕੁੰਡ ਤੇ ਇਹ ਅਗਨੀਕੁੰਡ ਜੁਗਾਂ ਜੁਗਾਂ ਤੱਕ ਜਲਦਾ ਰਹੇਗਾ। ਅਸੀਂ ਝੁਕਾਂਗੇ ਨਹੀਂ ਜਨਮੇਜਯ, ਅਸੀਂ ਕਦੀ ਨਹੀਂ ਝੁਕਾਂਗੇ, ਅਸੀਂ ਆਪਣਾ ਅਗਨੀਕੁੰਡ ਜਲਾਵਾਂਗੇ, ਆਪਣਾ ਅਗਨੀਕੁੰਡ। ਠੀਕ ਹੈ, ਇਹ ਕੌਣ ਕਹਿ ਰਿਹਾ ਵਾ? ਆਸਤਿਕ ਕਹਿ ਰਿਹਾ ਵਾ, ਜਦੋਂ ਖਾਲੀ ਹੱਥ ਮੁੜ ਜਾਂਦਾ ਵਾ, ਜਦੋਂ ਜਨਮੇਜਯ ਆਸਤਿਕ ਦੀ ਗੱਲ ਨਹੀਂ ਮੰਨਦਾ ਕਿ ਉਹ ਸ਼ਾਂਤੀ ਕਰ ਲਈਏ। ਠੀਕ ਹੈ, ਫਿਰ ਉਹ ਜਾਂਦੇ ਜਾਂਦਾ ਇਹ ਗੱਲ ਕਹਿ ਰਿਹਾ ਵਾ। ਉਪਸਹਾਰ 2 ਚ ਕੀ ਆ, ਸੂਤਰਧਾਰ ਆਂਦਾ ਵਾ ਤੇ ਕੀ ਕਹਿੰਦਾ ਵਾ? ਅਗਨੀਕੁੰਡ ਜਲ ਰਿਹਾ, ਉਦੋਂ ਵੀ ਜਲ ਰਿਹਾ ਸੀ, ਹੁਣ ਵੀ ਜਲ ਰਿਹਾ ਹੈ। ਇਹ ਅਗਨੀਕੁੰਡ ਉਦੋਂ ਵੀ ਜਲ ਰਿਹਾ ਸੀ ਤੇ ਹੁਣ ਵੀ ਜਲ ਰਿਹਾ ਹੈ। ਠੀਕ ਹੈ, ਇਹ ਸੀ ਸਾਡਾ ਨਾਟਕ ਜੋ ਕਿ ਡਾਕਟਰ ਸਵਰਾਜ ਵੀਰ ਜੀ ਨੇ ਲਿਖਿਆ ਵਾ। ਬਹੁਤ ਹੀ ਵਧੀਆ ਵਾ, ਬਹੁਤ ਹੀ ਇੰਟਰਸਟਿੰਗ ਆ। ਤੁਸੀਂ ਇਹਦੀਆਂ ਸਾਰੇ ਪਾਰਟ ਵੇਖ ਲਿਓ, ਇਹਦੀਆਂ ਸਾਰੀਆਂ ਵੀਡੀਓ ਦੇਖ ਲਿਓ। ਲਾਸਟ ਵਿੱਚ ਅਗਨੀਕੁੰਡ ਇਤਿਹਾਸ, ਰਾਜ ਦਾ ਵਿਕਾਸ ਤੇ ਲੋਕ ਟੌਪਿਕ ਦਿੱਤਾ ਗਿਆ ਵਾ, ਜਿਹਦੇ ਵਿੱਚ ਇਹਦਾ ਸਾਰਾ ਵਿਸ਼ਾ ਵਸਤੂ ਆ ਵਿਸਥਾਰ ਵਿੱਚ ਵਾ। ਅਗਨੀਕੁੰਡ ਦੀ ਮੰਚ ਤੇ ਪੇਸ਼ਕਾਰੀ ਹੋਈ ਆ, ਕਿੰਨਾ ਨੇ ਕੀਤੀ ਆ? ਕੇਵਲ ਧਾਲੀਵਾਲ ਜੀ ਨੇ ਕੀਤੀ ਆ। ਅਗਨੀਕੁੰਡ ਦੀ ਮੰਚ ਪੇਸ਼ਕਾਰੀ ਮੰਚ ਰੰਗਮੰਚ ਅੰਮ੍ਰਿਤਸਰ ਨੇ ਜੂਨ 2004 ਵਿੱਚ ਲਗਾਈ ਗਈ ਜੰਗ ਥੀਏਟਰ ਵਰਕਰਜ਼ ਵਰਕਸ਼ਾਪ ਦੌਰਾਨ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿੱਚ ਕੀਤੀ। ਇਹ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਪੇਸ਼ਕਾਰੀ ਵਿੱਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੇ ਭਾਗ ਲਿਆ। ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੇ ਭਾਗ ਲਿਆ ਇਹਦੇ ਵਿੱਚ। ਠੀਕ ਹੈ, ਆ ਦੇਖੋ, ਪਿਓ ਤੇ ਧੀ ਦੀ ਗੱਲਬਾਤ ਹੋ ਰਹੀ ਆ, ਵਾਸੁਕੀ ਤੇ ਨਿਮਲ ਦੀ। ਜਦੋਂ ਨਿਮਲ ਪਾਣੀ ਲੈਣ ਜਾਂਦੀ ਆ, ਠੀਕ ਹੈ, ਉਹਦੀ ਫੋਟੋ ਇਹ। ਨਾਗ ਤੇ ਬ੍ਰਹਮਣ ਦੀ ਗੱਲਬਾਤ ਹੋ ਰਹੀ ਆ, ਜਦੋਂ ਉਹਨੂੰ ਲਾਲਚ ਦਿੰਦਾ ਤੂੰ ਵਾਪਸ ਚਲ ਜਾ। ਜਨਮੇਜੇ ਤੇ ਨਿਮਲ ਦੀ ਵਾਰਤਾਲਾਪ ਆ, ਮਾਂ ਪੁੱਤਰ ਦੀ ਵਾਰਤਾਲਾਪ ਆ। ਇਹ ਅਗਨੀਕੁੰਡ ਪਖਾਰੇ ਨੇ, ਇਹ ਆਪਣੇ ਆਪਣੇ ਅਗਨੀਕੁੰਡ ਨੇ। ਠੀਕ ਹੈ, ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਕੱਲ ਅਸੀਂ ਇਸ ਬੁੱਕ ਤੋਂ ਕੁਐਸਚਨ ਆਨਸਰ ਕਰਾਂਗੇ। ਅਗਨੀਕੁੰਡ ਸਰਪੱਖੀ ਅਧਿਐਨ ਦੇ ਸੰਪਾਦਕ ਕੌਣ ਨੇ? ਅਰਵਿੰਦਰ ਕੌਰ ਧਾਲੀਵਾਲ ਜੀ। ਠੀਕ ਹੈ, ਆ ਦੇਖ ਲਓ, ਇਹ ਕਿਤਾਬ ਤੁਹਾਨੂੰ ਮਾਰਕੀਟ ਵਿੱਚੋਂ 180 ਰੁਪਏ ਦੀ ਮਿਲੇਗੀ। ਕੱਲ ਅਸੀਂ ਇਸ ਤੋਂ 2-3 ਕੁਐਸਚਨ ਕਰਾਂਗੇ।